ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਬੜੇ ਹੀ ਭਾਗਾਂ ਵਾਲੇ ਹਾਂ ਜੋ ਅੱਜ ਸੰਗਰਾਂਦ ਦੇ ਦਿਨ ਜੋ ਅੱਸੂ ਦੇ ਮਹੀਨੇ ਦੀ ਆਰੰਭਤਾ ਹੋਈ ਹੈ। ਸਤਿਗੁਰ ਜੀ ਦੇ ਦਰ ਉੱਤੇ ਹਾਜ਼ਰੀਆਂ ਭਰ ਕੇ ਸੇਵਾ ਕਰਕੇ ਸਿਮਰਨ ਕਰਕੇ ਬਾਣੀ ਨੂੰ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲ ਕਰ ਰਹੇ ਹਾਂ। ਸੋ ਸਤਿਗੁਰ ਜੀ ਦੀ ਕਿਰਪਾ ਦੇ ਸਦਕਾ ਜੋ ਤਕਰੀਬਨ ਹਰ ਇੱਕ ਗੁਰੂ ਘਰ ਦੇ ਅੰਦਰ ਇਹ ਦਿਹਾੜੇ ਜਿਹੜੇ ਨੇ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਏ ਜਾਂਦੇ ਨੇ। ਅਤੇ ਜੋ ਸਤਿਗੁਰ ਜੀ ਸਾਨੂੰ ਇਸ ਮਹੀਨੇ ਦਾ ਉਪਦੇਸ਼ ਬਖਸ਼ੀ ਕਰਦੇ ਨੇ, ਉਸ ਉਪਦੇਸ਼ ਨੂੰ ਸਰਵਣ ਕਰਕੇ ਆਪਣੇ ਜੀਵਨ ਦੇ ਅੰਦਰ ਢਾਲ ਕੇ ਆਪਣੇ ਜੀਵਨ ਦੇ ਅੰਦਰ ਉਸ ਉਪਦੇਸ਼ ਨੂੰ ਮੰਨ ਕੇ ਸਤਿਗੁਰ ਜੀ ਦੇ ਦੱਸੇ ਹੋਏ ਜੋ ਬਚਨਾਂ 'ਤੇ ਚੱਲਦੇ ਨੇ, ਉਹਨਾਂ ਦਾ ਜੀਵਨ ਜਿਹੜਾ ਇਹ ਸਫਲ ਹੋ ਜਾਂਦਾ ਹੈ। ਮਨ ਅੰਦਰ ਵਿਚਾਰ ਆਉਂਦੀ ਹੈ ਕਿ ਇਹ ਜਿਹੜੀ ਸਤਿਗੁਰ ਜੀ ਦੀ ਬਾਣੀ ਹੈ ਅਤੇ ਇਹ ਸਤਿਗੁਰ ਨੇ ਰੁੱਤਾਂ ਦੇ ਵਿੱਚ ਮਹੀਨਿਆਂ ਦੇ ਜੋ ਇਹ ਉਪਦੇਸ਼ ਦਿੱਤੇ ਨੇ, ਇਹ ਕਿਉਂ ਦਿੱਤੇ ਨੇ, ਇਹ ਬਾਣੀਆਂ ਕਿਉਂ ਉਚਾਰੀਆਂ ਗਈਆਂ ਨੇ। ਇਤਿਹਾਸ ਦੇ ਅੰਦਰ ਪਤਾ ਚੱਲਦਾ ਹੈ ਕਿ ਜਿਹੜੀਆਂ ਇਹ 12 ਮਾਹਾਂ ਦੀਆਂ ਬਾਣੀਆਂ ਨੇ ਜਾਂ ਇਹ ਕਾਵਿ ਰੂਪ ਦੇ ਵਿੱਚ ਕਵਿਤਾਵਾਂ ਨੇ, ਇਹਨਾਂ ਦੀ ਗਿਣਤੀ 12 ਦੇ ਕਰੀਬ ਹੈ, ਜਿਨ੍ਹਾਂ ਦੇ ਵਿੱਚੋਂ ਵੱਖ-ਵੱਖ ਲਿਖਾਰੀਆਂ ਨੇ ਵੀ ਲਿਖੀਆਂ। ਪਰ 12 ਮਾਹਾਂ ਦੇ ਜਿਹੜੇ ਪਾਠ ਨੇ ਉਹ 3 ਗੁਰੂ ਸਾਹਿਬਾਨ ਜੀ ਨੇ ਉਚਾਰਨ ਕੀਤੇ ਨੇ। ਸਭ ਤੋਂ ਪਹਿਲੀ ਬਾਣੀ ਤੁਖਾਰੀ ਰਾਗ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਚਾਰਨ ਕੀਤੀ। ਫਿਰ ਜਿਹੜੀ ਇਹ ਬਾਣੀ ਆਮ ਅਸੀਂ ਸਰਵਣ ਕਰਦੇ ਹਾਂ, ਪੜ੍ਹਦੇ ਹਾਂ, ਇਸ ਬਾਣੀ ਨੂੰ 12 ਮਾਹਾਂ ਦੀ ਬਾਣੀ ਨੂੰ 5ਵੇਂ ਪਾਤਸ਼ਾਹ ਜੀ ਨੇ ਉਚਾਰਨ ਕੀਤਾ। ਅਤੇ ਇੱਕ ਬਾਣੀ ਦਸ਼ਮੇਸ਼ ਪਿਤਾ ਜੀ ਦੀ ਵੀ ਹੈ, ਜਿਸ ਦੇ ਅੰਦਰ 12 ਮਹੀਨਿਆਂ ਦਾ ਉਪਦੇਸ਼ 10ਵੇਂ ਪਾਤਸ਼ਾਹ ਜੀ ਨੇ ਦਿੱਤਾ ਹੈ, ਜੋ 10ਵੇਂ ਗ੍ਰੰਥ ਦੇ ਅੰਦਰ ਦਰਜ ਹੈ, ਜੋ ਕਿ ਬੜੀ ਘੱਟ ਪੜ੍ਹੀ ਜਾਂਦੀ ਹੈ। ਇਸ ਤਰ੍ਹਾਂ ਇਹਨਾਂ ਮਹੀਨਿਆਂ ਦੇ ਅੰਦਰ ਜੋ ਵੀ ਸਤਿਗੁਰ ਜੀ ਉਪਦੇਸ਼ ਦਿੰਦੇ ਨੇ, ਇਹ ਹੈ ਤੇ ਹਰ ਮਹੀਨੇ ਦਾ ਉਪਦੇਸ਼, ਪਰ ਇਸ ਦੇ ਅੰਦਰ ਗਿਆਨ ਜਿਹੜਾ ਹੈ ਉਹ ਗਮੀ ਦਿੱਤਾ ਗਿਆ ਹੈ, ਉਹ ਪਰਮਾਤਮਾ ਦੇ ਗੁਣ ਦਿੱਤੇ ਗਏ ਨੇ, ਉਹ ਪਰਮਾਤਮਾ ਨੂੰ ਕਿਵੇਂ ਪਾਉਣਾ ਹੈ, ਕਿਵੇਂ ਅਸੀਂ ਜੀਵਨ ਸਫਲ ਕਰਨਾ ਹੈ, ਉਹਦੇ ਤਰੀਕੇ ਦਿੱਤੇ ਗਏ ਨੇ। ਪਰ ਇਹ ਜਿਹੜੇ ਮੱਸਿਆ ਦੇ ਦਿਹਾੜੇ ਜਾਂ ਪੁੰਨਿਆਂ ਦੇ ਦਿਹਾੜੇ, ਇਹ ਸੰਗਰਾਂਦ ਦੇ ਦਿਹਾੜੇ, ਇਹ ਇੰਨੇ ਪ੍ਰਚਲਿਤ ਕਿਉਂ ਨੇ, ਕਿਉਂ ਮਨਾਏ ਜਾਂਦੇ ਨੇ, ਇਹਨਾਂ ਦੇ ਨਾਲ ਸਾਡਾ ਕੀ ਲਿੰਕ ਹੈ, ਅਸੀਂ ਇਹ ਕਿਉਂ ਇਹਨਾਂ ਨੂੰ ਉਤਸ਼ਾਹ ਨਾਲ ਮਨਾਉਂਦੇ ਹਾਂ। ਕੁਝ ਦਿਨ ਪਹਿਲਾਂ 2 ਦਿਨ ਮੱਸਿਆ ਦੇ ਦਿਹਾੜਾ ਵੀ ਲੰਘ ਕੇ ਗਿਆ ਹੈ, ਬੜੇ ਭਾਰੀ ਮੇਲੇ ਲੱਗਦੇ ਨੇ। ਆਖਿਰ ਇਹਨਾਂ ਦਾ ਮਨੁੱਖ ਦੇ ਨਾਲ ਸੰਬੰਧ ਕੀ ਹੈ? ਇਹ ਜਦੋਂ ਇਸ ਦੇ ਬਾਰੇ ਖੋਜ ਵਿਚਾਰ ਹੁੰਦੀ ਹੈ ਅਤੇ ਪਤਾ ਚੱਲਦਾ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਇੱਕ ਰਿਸ਼ੀ ਹੋਇਆ ਹੈ ਭ੍ਰਿੰਗੀ ਨਾਮ ਦਾ। ਬੜਾ ਉਸਨੇ ਭਜਨ ਬੰਦਗੀ ਕੀਤਾ, ਬੜਾ ਸਿਮਰਨ ਕੀਤਾ, ਬੰਦਗੀ ਕੀਤੀ, ਅਤੇ ਉਹ ਬੜਾ ਗਿਆਨਵਾਨ ਹੋਇਆ, ਪਰਮਾਤਮਾ ਨੇ ਬਖਸ਼ਿਸ਼ ਕੀਤੀ। ਅਤੇ ਉਸਨੇ ਫਿਰ ਇਹਦੀ ਸ੍ਰਿਸ਼ਟੀ ਸੀ ਨਾ, ਇਸ ਨੂੰ ਸਮਝਣ ਦਾ ਯਤਨ ਕੀਤਾ ਕਿ ਪਰਮਾਤਮਾ ਨੇ ਜਿਹੜੀ ਪ੍ਰਕਿਰਤੀ ਪੈਦਾ ਕੀਤੀ ਹੈ, ਇਹ ਜੀਵ ਪੈਦਾ ਕੀਤੇ ਨੇ, ਇਹ ਸਾਰੀ ਪ੍ਰਕਿਰਤੀ, ਇਹ ਮਾਇਆ ਦਾ, ਇਹ ਜੀਵਾਂ ਦਾ, ਇਹ ਪਰਮਾਤਮਾ ਦਾ ਆਪਸ ਦੇ ਵਿੱਚ ਸੰਬੰਧ ਕੀ ਹੈ। ਕਿਉਂਕਿ ਜੇ ਸਾਨੂੰ ਪਤਾ ਹੋਵੇਗਾ ਨਾ ਕਿ ਇਹਨਾਂ ਦਿਹਾੜਿਆਂ ਦਾ ਸਾਡੇ ਨਾਲ ਸੰਬੰਧ ਕੀ ਹੈ, ਫਿਰ ਇਹਨਾਂ ਨੂੰ ਮਨਾਉਣ ਦੀ ਭਾਵਨਾ, ਇਹਨਾਂ ਨੂੰ ਜਿਹੜੀ ਬਾਣੀ ਅਸੀਂ ਸਰਵਣ ਕਰਦੇ ਹਾਂ, ਉਪਦੇਸ਼ਾਂ ਨੂੰ ਸਰਵਣ ਕਰਨ ਦੀ ਜਿਹੜੀ ਭਾਵਨਾ ਹੈ ਨਾ, ਸਾਡੀ ਜਿਹੜਾ ਮਕਸਦ ਹੈ ਸਾਡਾ, ਉਹ ਕੁਝ ਹੋਰ ਨਜ਼ਰੀਏ ਨਾਲ ਹੋਵੇਗਾ। ਇਸ ਤਰ੍ਹਾਂ ਸਭ ਤੋਂ ਪਹਿਲਾਂ ਜਦੋਂ ਉਸਦੇ ਮਨ ਅੰਦਰ ਵਿਚਾਰ ਆਈ ਨਾ ਕਿ ਆਖਰ ਨੂੰ ਇਹ ਪ੍ਰਕਿਰਤੀ ਦਾ, ਇਹ ਮੌਸਮ ਦਾ, ਇਹ ਰੁੱਤਾਂ ਦਾ ਮਨੁੱਖ ਦੇ ਉੱਤੇ ਕੈਸਾ ਪ੍ਰਭਾਵ ਪੈਂਦਾ ਹੈ, ਇਹਦੇ ਨਾਲ ਕੀ ਇਹਦਾ ਸੰਬੰਧ ਹੈ, ਅਤੇ ਸਭ ਤੋਂ ਪਹਿਲਾਂ ਪੁੰਨਿਆਂ ਦੀ ਆਰੰਭਤਾ ਹੋਈ। ਅਸੀਂ ਦੇਖਦੇ ਹਾਂ ਕਿਉਂਕਿ ਸਾਡੇ ਇੱਧਰ ਬਹੁਤ ਘੱਟ ਜਿਹੜੇ ਸਮੁੰਦਰੀ ਇਲਾਕੇ ਹੈ ਨਾ, ਜਦੋਂ ਪੁੰਨਿਆ ਆਉਂਦੀ ਹੈ, ਚੰਦਰਮਾ ਜਿਹੜਾ ਹੈ ਉਹ ਧਰਤੀ ਦੇ ਬੜਾ ਕਰੀਬ ਆ ਜਾਂਦਾ ਹੈ। ਅਤੇ ਜਿਹੜੇ ਸਤਿਗੁਰੂ ਜੀ ਬਾਣੀ ਅੰਦਰ ਬਖਸ਼ਿਸ਼ ਕਰਦੇ ਨੇ ਕਿ ਜਿਹੜੇ ਵੱਡੀਆਂ ਚੀਜ਼ਾਂ ਨੇ ਨਾ, ਉਹ ਛੋਟੀਆਂ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੀਆਂ ਨੇ, ਗੁਰੂਤਾਕਰਸ਼ਣ ਹੈ। ਧਰਤੀ ਦੇ ਉੱਪਰੋਂ ਕੋਈ ਚੀਜ਼ ਉੱਪਰ ਨੂੰ ਉਛਾਲੀਏ, ਇਹਦੇ ਅੰਦਰ ਐਸੀ ਸ਼ਕਤੀ ਹੈ, ਤਾਕਤ ਹੈ ਕਿ ਉਹ ਚੀਜ਼ ਨੂੰ ਉੱਪਰ ਨਹੀਂ ਉੱਡਣ ਦਿੰਦੀ, ਆਪਣੇ ਵੱਲ ਨੂੰ ਖਿੱਚ ਲੈਂਦੀ ਹੈ।
ਇਹਦੀ ਤਾਕਤ ਜਿੰਨਾ ਜ਼ੋਰ ਲੱਗਦਾ ਹੈ 400 ਫੁੱਟ ਦੇ ਕਰੀਬ ਜਿਹੜਾ ਹੈ ਇਹਦੀ ਤਾਕਤ ਹੈ। 400 ਫੁੱਟ ਦੇ ਕਰੀਬ ਜਿਹੜੀ ਹੈ ਉਹ ਜਿਹੜੀ ਚੀਜ਼ ਹੈ ਆਪਣੇ ਵੱਲ ਨੂੰ ਖਿੱਚ ਲੈਂਦੀ ਹੈ। ਇਵੇਂ ਹੀ ਜਿਹੜੇ ਇਹ ਮਨੁੱਖ ਦੇ ਨਾਲ ਫਿਰ ਇਹ ਪ੍ਰਕਿਰਤੀ ਦਾ ਜਿਹੜਾ ਸੰਬੰਧ ਸੀ ਨਾ, ਸਭ ਤੋਂ ਪਹਿਲਾਂ ਇਹਦਾ ਪ੍ਰਭਾਵ ਜਿਹੜਾ ਸੀ ਉਹ ਪੁੰਨਿਆਂ ਵਾਲੇ ਦਿਨ ਦੇਖਣ ਨੂੰ ਮਿਲਿਆ। ਜਦੋਂ ਪੁੰਨਿਆਂ ਦਾ ਦਿਨ ਆਉਂਦਾ ਹੈ, ਚੰਦਰਮਾ ਧਰਤੀ ਦੇ ਕਰੀਬ ਆਉਂਦਾ ਹੈ ਤੇ ਫਿਰ ਜਵਾਰ ਭਾਟਾ ਆਉਂਦਾ ਹੈ। ਸਮੁੰਦਰ ਦਾ ਜਿਹੜਾ ਪਾਣੀ ਹੈ ਨਾ ਉਹ 'ਚ ਸੁਨਾਮੀਆਂ ਆਉਂਦੀਆਂ ਨੇ, ਉਛਾਲ ਆਉਂਦਾ ਹੈ ਅਤੇ ਸਮੁੰਦਰ ਦਾ ਪਾਣੀ ਜਿਹੜਾ ਹੈ ਉਹ ਆਪਣੇ ਕਿਨਾਰਿਆਂ ਤੋਂ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਚੰਦਰਮਾ ਦੀ ਉਸ ਦਿਨ ਐਸੀ ਖਿੱਚ ਪੈਂਦੀ ਹੈ, ਜਿਵੇਂ ਜਿਵੇਂ ਚੰਦਰਮਾ ਵੱਡਾ ਹੁੰਦਾ ਜਾਂਦਾ ਹੈ ਉਵੇਂ ਉਵੇਂ ਇਸ ਦਿਨ ਪੁੰਨਿਆਂ ਵਾਲੇ ਦਿਨ ਜਿਹੜਾ ਹੈ ਨਾ ਉਹ ਜਵਾਰ ਭਾਟਾ ਆਉਂਦਾ ਅਤੇ ਕਈ ਕਈ ਕਿਲੋਮੀਟਰ ਉੱਚਾ ਜਿਹੜਾ ਪਾਣੀ ਹੈ ਨਾ ਉਹ ਚੜ੍ਹ ਆਉਂਦਾ ਹੈ ਸਮੁੰਦਰ ਦਾ। ਅਤੇ ਜਿਵੇਂ ਜਿਵੇਂ ਮੱਸਿਆ ਵੱਲ ਨੂੰ ਦਿਨ ਵੱਧਦੇ ਜਾਂਦੇ ਨੇ, ਇਹ ਚੰਦਰਮਾ ਘਟਣਾ ਸ਼ੁਰੂ ਹੋ ਜਾਂਦਾ ਹੈ, ਉਵੇਂ ਉਵੇਂ ਫਿਰ ਪਾਣੀ ਜਿਹੜਾ ਹੇਠਾਂ ਨੂੰ ਤੁਰਿਆ ਜਾਂਦਾ ਹੈ, ਜਿਵੇਂ ਖਿੱਚ ਘਟਦੀ ਹੈ, ਗੁਰੂਤਾਕਰਸ਼ਣ ਘਟਦਾ ਹੈ। ਅਤੇ ਜਦੋਂ ਇਹ ਚੀਜ਼ ਵੇਖੀ ਹੈ ਨਾ ਇਹਨੇ ਭ੍ਰਿੰਗੀ ਰਿਸ਼ੀ ਨੇ, ਅਤੇ ਉਸ ਸਮੇਂ ਇਸਨੇ ਸਮਝਣ ਦਾ ਯਤਨ ਕੀਤਾ ਕਿ ਜਿਹੜਾ ਮਨੁੱਖੀ ਸਰੀਰ ਹੈ ਨਾ ਇਸ ਦੇ ਵਿੱਚ ਵੀ ਪਾਣੀ ਹੈ। ਅਤੇ ਜੇ ਸਮੁੰਦਰ ਦੇ ਪਾਣੀ ਨੂੰ, ਕਿਉਂਕਿ ਉਹਦੀ ਗਿਣਤੀ ਬੜੀ ਵੱਡੀ ਹੈ, ਮਾਤਰਾ ਬਹੁਤ ਵੱਡੀ ਹੈ, ਇਸ ਕਰਕੇ ਉਸ 'ਤੇ ਪ੍ਰਭਾਵ ਵੀ ਬਹੁਤ ਵੱਡਾ ਪੈਂਦਾ ਹੈ ਸਮੁੰਦਰ ਉੱਤੇ ਚੰਦਰਮਾ ਦੀ ਖਿੱਚ ਦਾ। ਅਤੇ ਇਹ ਜਿਹੜੇ ਜੀਵ ਆ ਨਾ ਇਹਨਾਂ ਦੇ ਅੰਦਰ ਵੀ 75% ਪਾਣੀ ਹੈ ਅਤੇ ਇਹਨਾਂ ਦੇ ਉੱਤੇ ਵੀ ਪ੍ਰਭਾਵ ਪੈਂਦਾ ਹੈ ਚੰਦਰਮਾ ਦਾ। ਅਤੇ ਉਸ ਸਮੇਂ ਤੋਂ ਫਿਰ ਇਹ ਮੱਸਿਆ ਦੇ ਸੰਗਰਾਮ ਦੇ ਜਿਹੜੇ ਦਿਹਾੜੇ ਸੀ ਨਾ, ਮੱਸਿਆ ਦਾ ਅਤੇ ਪੁੰਨਿਆਂ ਦਾ, ਸਭ ਤੋਂ ਪਹਿਲਾਂ ਇਹਨਾਂ ਦੋਵਾਂ ਦਿਹਾੜਿਆਂ ਦੀ ਸ਼ੁਰੂਆਤ ਹੋਈ। ਫਿਰ ਜਿਹੜੇ ਮਹੂਰਤ ਕੱਢਣੇ ਸ਼ੁਰੂ ਹੋਏ, ਨਛੱਤਰ ਗ੍ਰਹਿ ਜਿਹੜੇ ਵੇਖੇ ਜਾਂਦੇ ਨੇ, ਜਿਹੜੇ ਕੁੰਡਲੀਆਂ ਬਣ ਲੱਗੀਆਂ ਕਿ ਜਿਹੜਾ ਪੁੰਨਿਆਂ ਵਾਲੇ ਦਿਨ ਬੱਚਾ ਪੈਦਾ ਹੋਵੇਗਾ ਉਸ ਦਾ ਜਿਹੜਾ ਸੁਭਾਅ ਹੈ ਨਾ ਉਹ ਬੜਾ ਗਰਮ ਹੋਵੇਗਾ। ਜਿਹੜਾ ਮੱਸਿਆ ਵਾਲੇ ਦਿਨ ਪੈਦਾ ਹੋਇਆ ਜਾਂ ਇਹਨਾਂ ਮੱਸਿਆ ਨੂੰ ਘਟਦੇ ਦਿਨਾਂ ਦੇ ਵਿੱਚ ਪੈਦਾ ਹੋਇਆ ਉਹਦਾ ਜਿਹੜੇ ਗੁਣ ਨੇ ਚੰਗੇ ਹੋਣਗੇ। ਇਸ ਤਰੀਕੇ ਦੇ ਨਾਲ ਫਿਰ ਇਹ ਜਿਹੜੇ ਗ੍ਰਹਿ ਨਛੱਤਰ ਕੁੰਡਲੀਆਂ ਬਣਨੀਆਂ ਸ਼ੁਰੂ ਹੋਈਆਂ ਮੌਸਮ ਦੇ ਹਿਸਾਬ ਦੇ ਨਾਲ। ਫਿਰ ਇਹਨਾਂ ਨੂੰ ਦੇਖਣਾ ਜਿਹੜਾ ਇਹ ਯਤਨ ਕੀਤਾ ਗਿਆ। ਇਸੇ ਤੋਂ ਫਿਰ ਜਿਹੜੇ ਇਹ ਦਿਨ ਮਨਾਉਣੇ ਸ਼ੁਰੂ ਹੋਏ ਅਤੇ ਚੰਗੇ ਮਾੜੇ ਜਿਹੜੇ ਲੇਖ ਜੋਖ ਵੇਖ ਕੇ ਜੋਤਿਸ਼ ਲਾਉਂਦੇ ਨੇ ਉਹ ਇਹ ਤਰੀਕਾ ਅਪਣਾਉਂਦੇ ਨੇ। ਸਾਰੀ ਜਨਮ ਕੁੰਡਲੀ, ਦਿਨ ਵਾਰ, ਸਮਾਂ ਜਿਹੜਾ ਹੈ ਉਸ ਤੋਂ ਸਾਰਾ ਇਹ ਹਿਸਾਬ ਕਿਤਾਬ ਲਾ ਲੈਂਦੇ ਨੇ ਕਿ ਇਹ ਬੰਦੇ ਦਾ ਕੈਸਾ ਸੁਭਾਅ ਹੈ, ਇਹਦਾ ਇਹ ਜੀਵਨ ਕਿਸ ਤਰ੍ਹਾਂ ਦਾ ਹੋਵੇਗਾ। ਅਤੇ ਜਦੋਂ ਫਿਰ ਇਸ ਨੂੰ ਅਸੀਂ ਗੁਰਮਤਿ ਦੇ ਨਜ਼ਰੀਏ ਨਾਲ ਦੇਖਦੇ ਹਾਂ ਅਤੇ ਫਿਰ ਇਸ ਨੂੰ ਸਮਝਣ ਦਾ ਇਹ ਤਰੀਕਾ ਆਉਂਦਾ ਹੈ ਕਿ ਜਿਹੜੇ ਬੰਦੇ ਨੇ ਕਰਮ ਕੀਤੇ ਹੁੰਦੇ ਆ ਨਾ, ਜਿਸ ਤਰ੍ਹਾਂ ਦੇ ਪਿਛਲੇ ਕਰਮ ਨੇ, ਉਹਨਾਂ ਕਰਮਾਂ ਦਾ ਫਲ ਜਿਹੜਾ ਹੈ ਸਾਨੂੰ ਇਸ ਜਨਮ ਦੇ ਵਿੱਚ ਮਿਲਣਾ ਹੈ। ਅਤੇ ਜਿਸ ਬੰਦੇ ਨੇ ਚੰਗੇ ਕਰਮ ਕੀਤੇ ਹੋਣਗੇ ਨਾ ਉਸ ਬੰਦੇ ਦਾ ਜਨਮ ਵੀ ਚੰਗੇ ਸਮੇਂ ਦੇ ਵਿੱਚ ਹੋ ਜਾਵੇਗਾ, ਜੇ ਕੁੰਡਲੀਆਂ ਦੇ ਨਜ਼ਰੀਏ ਨਾਲ ਵੀ ਦੇਖਣਾ ਹੈ। ਜੇ ਮਾੜੇ ਕਰਮ ਕੀਤੇ ਹੋਣਗੇ ਅਤੇ ਉਹਦਾ ਫਿਰ ਜਿਹੜਾ ਜਨਮ ਹੈ ਉਹ ਮਾੜੇ ਸਮੇਂ ਦੇ ਵਿੱਚ ਹੋਵੇਗਾ। ਪਰ ਗੁਰਮਤਿ ਦੇ ਵਿੱਚ ਐਸੀ ਕੋਈ ਮਨੌਤ ਨਹੀਂ ਹੈ। ਇਵੇਂ ਫਿਰ ਉਸਨੇ ਜਦੋਂ ਇਸ ਚੀਜ਼ ਨੂੰ ਦੇਖਿਆ ਫਿਰ ਉਹ ਹੋਰ ਅੱਗੇ ਵਧਿਆ ਕਿ ਸੂਰਜ ਜਿਹੜਾ ਹੈ ਇਹਦਾ ਕੀ ਪ੍ਰਭਾਵ ਪੈਂਦਾ ਹੈ। ਫਿਰ 6 ਜਿਹੜੀਆਂ ਰੁੱਤਾਂ ਸੀ, 6 ਰੁੱਤਾਂ ਆਈਆਂ ਅਤੇ ਉਹਨਾਂ ਰੁੱਤਾਂ ਦਾ ਸਮਾਂ ਜਿਹੜਾ ਹੈ ਉਹ ਬੜੀ ਖੋਜ ਦੇ ਨਾਲ ਪਤਾ ਚੱਲਿਆ ਕਿ ਹਰ ਇੱਕ ਰੁੱਤ ਜਿਹੜੀ ਹੈ ਨਾ ਉਹ 2 ਮਹੀਨੇ ਦੀ ਆਉਂਦੀ ਹੈ। ਅਤੇ 2 ਮਹੀਨਿਆਂ ਦੇ ਬਾਅਦ ਵਿੱਚ ਫਿਰ ਸੂਰਜ ਦੀ ਜਿਹੜੀ ਹੈ ਉਹ ਗਤੀ ਦੇ ਨਾਲ, ਚਾਲ ਦੇ ਨਾਲ, ਜਿਵੇਂ ਧਰਤੀ ਚੱਕਰ ਕੱਟਦੀ ਹੈ, ਉਹਨਾਂ ਸਾਰੇ ਹਿਸਾਬ ਕਿਤਾਬ ਨੂੰ ਮਿਲਾ ਕੇ ਪਤਾ ਲੱਗਾ ਕਿ ਇਹ 12 ਭਾਗ ਨੇ, 12 ਰਾਸਾਂ ਨੇ ਸੂਰਜ ਦੀਆਂ, ਜਿਹੜੀਆਂ ਇਹ ਰਾਸ ਤੋਂ ਅਗਲੀ ਰਾਸ 'ਤੇ ਜਾਂਦਾ ਹੈ। ਉਦੋਂ ਜਿਹੜੀ ਰੁੱਤ ਹੈ ਉਹ ਸਮਾਂ ਬਦਲਦਾ ਹੈ ਅਤੇ ਉਸੇ ਦੇ ਨਾਲ ਫਿਰ ਇਹ ਜਿਹੜੀ ਧਰਤੀ ਹੈ ਇਸ ਦੇ ਉੱਤੇ ਜਿਵੇਂ ਪ੍ਰਭਾਵ ਪੈਂਦਾ ਹੈ ਨਾ, ਜਿਵੇਂ ਇਹ ਪ੍ਰਕਿਰਤੀ, ਰੁੱਤ, ਫਲ ਜਿਹੜੇ ਨੇ, ਰੁੱਖ ਜਿਹੜੇ ਨੇ, ਇਹਨਾਂ ਉੱਤੇ ਮੌਸਮ ਉੱਤੇ ਬਦਲਾਵ ਆਉਂਦੇ ਨੇ ਸੂਰਜ ਦੀ ਚਾਲ ਦੇ ਨਾਲ, ਧਰਤੀ ਦੇ ਘੁੰਮਣ ਦੇ ਨਾਲ, ਰਾਸ ਬਦਲ ਦੇ ਨਾਲ, ਰੁੱਤ ਬਦਲਣ ਦੇ ਨਾਲ। ਇਵੇਂ ਹੀ ਫਿਰ ਉਸਨੇ ਇਹ ਵੀ ਜਿਹੜਾ ਇਹ ਅੰਦਾਜ਼ਾ ਲਾਇਆ ਕਿ ਇਸੇ ਤਰ੍ਹਾਂ ਜਿਵੇਂ ਰਾਸ ਬਦਲਦੀ ਹੈ ਧਰਤੀ 'ਤੇ ਮੌਸਮ ਬਦਲ ਜਾਂਦਾ ਹੈ। ਜਿਵੇਂ ਹੁਣ ਠੰਡ ਦਾ ਮੌਸਮ ਆ ਰਿਹਾ, ਜਿਵੇਂ ਜਿਵੇਂ ਇਹ ਰਾਸਾਂ ਬਦਲਣਗੀਆਂ, ਮਹੀਨੇ ਬਦਲਣਗੇ। ਇਹ ਮਹੀਨਾ ਜਿਹੜਾ ਹੈ ਨਾ ਇਹ ਹੁਣ ਠੰਡ ਦਾ ਸ਼ੁਰੂ ਹੋ ਚੁੱਕਾ ਹੈ। ਠੰਡ ਦਾ ਸਮਾਂ ਜਿਹੜਾ ਹੈ ਅੱਜ ਦੇ ਦਿਨ ਤੋਂ ਸ਼ੁਰੂ ਹੋ ਚੁੱਕਾ ਹੈ, ਜਿਹੜੀ ਠੰਡ ਦੀ ਰੁੱਤ ਆਉਂਦੀ ਹੈ। ਇਵੇਂ ਹੀ ਹੁਣ ਇਹ ਜਿਹੜੀਆਂ 12 ਰਾਸਾਂ ਬਣਾਈਆਂ ਗਈਆਂ ਫਿਰ ਉਹਨਾਂ ਤੋਂ ਇਹ ਤੱਤ ਕੱਢੇ ਗਏ। ਫਿਰ ਇਵੇਂ ਹੀ ਕਰਦਿਆਂ ਜਿਹੜੇ ਪੁੰਨਿਆਂ ਦੇ ਆਮ ਅਸੀਂ ਦੇਖਦੇ ਹਾਂ ਸਨਾਤਨ ਧਰਮ ਵਿੱਚ ਵਰਤ ਰੱਖਣ ਦੀ ਰੀਤ ਚੱਲੀ ਹੈ,
ਉਹ ਵੀ ਤਾਂ ਸ਼ੁਰੂ ਹੋਈ ਸੀ ਕਿ ਉਸ ਸਮੇਂ ਹੈ ਨਾ ਜਿਹੜੇ ਇਹ ਜੋਤਿਸ਼ ਲਾਇਆ ਗਿਆ ਉੱਥੋਂ ਇਹ ਤੱਤ ਕੱਢਿਆ ਕਿ ਜਿਹੜੇ ਇਹ ਉਸ ਸਮੇਂ ਦੇ ਵਿੱਚ ਜਿਹੜੇ ਜੀਵ ਆ ਨਾ, ਜਿਹੜੇ ਬੰਦੇ ਮਨੁੱਖ ਨੇ, ਇਹਨਾਂ ਦੇ ਮਨ ਉੱਤੇ ਵੀ ਚੰਦਰਮਾ ਦਾ ਪ੍ਰਭਾਵ ਪੈਂਦਾ ਹੈ ਅਤੇ ਇਹ ਵੀ ਕ੍ਰੋਧਵਾਨ ਹੋ ਜਾਂਦੇ ਨੇ। ਇਹਨਾਂ ਦੇ ਅੰਦਰ ਜਿਹੜੇ ਔਗਣ ਆ ਨਾ, ਉਹ ਵੀ ਜਿਵੇਂ ਪਾਣੀ ਜਵਾਰ ਭਾਟਾ ਆਉਂਦਾ ਹੈ ਉਵੇਂ ਉਛਲਦਾ ਹੈ, ਇਹਨਾਂ ਦੇ ਅੰਦਰ ਵੀ ਉਹ ਚੀਜ਼ਾਂ ਉਛਲਦੀਆਂ ਨੇ। ਫਿਰ ਇਵੇਂ ਹੀ ਪੁਰਾਣੇ ਸਮੇਂ ਤੋਂ ਅਸੀਂ ਦੇਖਦੇ ਹਾਂ, ਇੱਕ ਵੱਡੇ ਵਹਿਮ ਨੂੰ ਕੱਢਣ ਵਾਸਤੇ ਇੱਕ ਛੋਟਾ ਭਰਮ ਜਿਹੜਾ ਹੈ ਨਾ ਉਹ ਮਨ ਅੰਦਰ ਪਾ ਦਿੱਤਾ ਜਾਂਦਾ ਹੈ। ਜਿਵੇਂ ਹੁਣ ਕੁਝ ਕੁ ਆਮ ਅਸੀਂ ਘਰਾਂ ਦੇ ਅੰਦਰ ਵੇਖਦੇ ਹਾਂ, ਛੋਟਾ ਬੱਚਾ ਹੋਵੇ ਨਾ, ਵਹਿਮ ਪਿਆ ਕਿ ਜੇ ਛੋਟੇ ਬੱਚੇ ਨੂੰ ਉੱਤੋਂ ਲੰਘ ਜਾਓ, ਵਲ ਕੇ ਲੰਘ ਜਾਓ, ਟੱਪ ਕੇ ਲੰਘ ਜਾਓ ਛੋਟੇ ਬੱਚੇ ਨੇ, ਤਾਂ ਉਹਦਾ ਕੱਦ ਨਹੀਂ ਵਧੇਗਾ। ਉਹ ਵਹਿਮ ਕਿਉਂ ਪਾਇਆ ਗਿਆ ਕਿ ਕਿਤੇ ਉੱਪਰ ਦੀ ਲੰਘਣ ਲੱਗਿਆ ਕਿਤੇ ਬੱਚੇ ਦੇ ਹੱਥ ਪੈਰ ਦੇ ਉੱਤੇ ਕੋਈ ਸਾਡਾ ਪੈਰ ਨਾ ਆ ਜਾਵੇ, ਕਿਤੇ ਅੰਗ ਨਾ ਭੰਗ ਹੋ ਜਾਵੇ, ਇਸ ਵਾਸਤੇ ਇਹ ਵਹਿਮ ਪਾ ਦਿੱਤਾ ਗਿਆ ਕਿ ਕੋਈ ਹੁਣ ਬੱਚਾ ਲੰਘੇ ਨਾ। ਇਸ ਵਾਸਤੇ ਵੱਡਾ ਵਹਿਮ, ਵੱਡਾ ਡਰ ਖਤਮ ਕਰਨ ਵਾਸਤੇ, ਵੱਡੇ ਡਰ ਤੋਂ ਬਚਾਅ ਵਾਸਤੇ ਛੋਟਾ ਵਹਿਮ ਪਾ ਦਿੱਤਾ ਗਿਆ। ਬੜੀ ਵਾਰ ਦੇਖਦੇ ਘਰ ਦੇ ਅੰਦਰ ਝਾੜੂ ਜਿਹੜਾ ਹੈ ਆਮ ਅਸੀਂ ਪੱਧਰਾ ਰੱਖਦੇ ਹਾਂ ਅਤੇ ਉਸ ਨੂੰ ਕਈ ਜਿਹੜੇ ਨੇ ਉਹ ਖੜ੍ਹਾ ਵੀ ਕਰ ਦਿੰਦੇ ਨੇ। ਜਿਹੜਾ ਥੱਲੇ ਲੱਗਦਾ ਹੈ ਸਾਫ਼ ਕਰਨ ਵਾਲੀਆਂ ਜਿਹੜੀਆਂ ਤੀਲਾਂ ਹੁੰਦੀਆਂ ਨੇ, ਉਹਨਾਂ ਨੂੰ ਉੱਪਰਲੇ ਪਾਸੇ ਕਿਉਂ ਨਹੀਂ ਕਰਨਾ? ਕਿਉਂਕਿ ਜਦੋਂ ਝਾੜੂ ਗਿੱਲੇ ਥਾਂ 'ਤੇ ਲਾਇਆ ਜਾਂਦਾ ਸੀ ਅਤੇ ਉਸ ਸਮੇਂ ਜਿਹੜਾ ਉਹ ਝਾੜੂ ਗਿੱਲਾ ਹੈ, ਉਹ ਪਾਣੀ ਜਿਹੜਾ ਇਹ ਗਾਰਾ ਗੰਦਾ ਪਾਣੀ ਹੇਠਾਂ ਨੂੰ ਉਤਰ ਆਉਂਦਾ ਹੈ ਅਤੇ ਜਿੱਥੋਂ ਝਾੜੂ ਫੜਨਾ ਸੀ ਉਹ ਫਿਰ ਹੱਥ ਨੂੰ ਲੱਗਦਾ ਸੀ, ਹੱਥ ਗੰਦੇ ਹੁੰਦੇ ਸੀ। ਉੱਥੋਂ ਇਹ ਵਹਿਮ ਪਾ ਦਿੱਤਾ ਗਿਆ ਕਿ ਜਿਹੜਾ ਇਹ ਝਾੜੂ ਹੈ ਇਸ ਨੂੰ ਉੱਪਰ ਨੂੰ ਨਹੀਂ ਖੜਾ ਕਰਨਾ, ਹੇਠਾਂ ਰੱਖੋ ਤਾਂ ਕਿ ਇਹ ਜਿੱਥੇ ਗੰਦਾ ਹੋਇਆ ਉੱਥੇ ਹੀ ਗੰਦਗੀ ਰਵੇ, ਜਿੱਥੇ ਹੱਥ ਪਾਉਣਾ ਉੱਥੇ ਗੰਦਗੀ ਨਾ ਹੇਠਾਂ ਨੂੰ ਉਤਰ ਆਵੇ। ਮੰਜੇ ਦੀ ਵੈਂਦ ਨੇ ਤਾਂ ਖੜੀ ਕਰਨੀ ਕਿਉਂਕਿ ਉਸ ਵੇਲੇ ਕੋਈ ਕੀੜਾ ਮਕੌੜਾ ਜਾਂ ਸੱਪ ਜਿਹੜਾ ਹੈ ਉਹ ਸਿਰਹਾਣੇ ਵਾਲੇ ਪਾਸੇ ਜਿਹੜਾ ਸੌਖਾ ਚੜ੍ਹ ਜਾਂਦੇ ਅਤੇ ਪਤਾ ਨਹੀਂ ਲੱਗਦਾ। ਪੈਂਦ ਜਿਹੜੀ ਹੁੰਦੀ ਨੇ ਉਹ ਬੜੀ ਦੂਰ ਦੂਰ ਹੁੰਦੀਆਂ ਨੇ ਰੱਸੀਆਂ, ਉਹਨਾਂ 'ਤੇ ਚੜ੍ਹਨਾ ਵੀ ਬੜਾ ਔਖਾ ਹੈ। ਸੱਪ ਜਾਂ ਹੋਰ ਕੋਈ ਡੱਡੀ ਮੱਛਰ ਨੂੰ ਅਤੇ ਜੇ ਕੋਈ ਚੜ੍ਹ ਵੀ ਜਾਂਦਾ ਹੈ ਅਤੇ ਉਹ ਸਾਨੂੰ ਨਜ਼ਰ ਵੀ ਆ ਜਾਂਦਾ ਹੈ। ਇਸ ਵਾਸਤੇ ਮੰਜੇ ਦੀ ਪੈਂਦ ਵੀ ਤਾਂ ਨੂੰ ਨਹੀਂ ਖੜਨੀ। ਇਹ ਜਿਹੜੇ ਵਹਿਮ ਸੀ ਉਸ ਸਮੇਂ ਪਾਏ ਗਏ ਅਤੇ ਇਵੇਂ ਇਹ ਵਰਤ ਰੱਖਣ ਦਾ ਵੀ ਉਸ ਸਮੇਂ ਵਹਿਮ ਪਾ ਦਿੱਤਾ ਗਿਆ ਕਿ ਤਾਂ ਕਿ ਜਿਹੜੇ ਇਹ ਲੋਕ ਨੇ ਜਦੋਂ ਰੱਜ ਪੁੱਜ ਜਾਣਗੇ ਅਤੇ ਇਹਨਾਂ ਦਾ ਧਿਆਨ ਕ੍ਰੋਧ ਵੱਲ ਲਵੇਗਾ, ਲੜਾਈਆਂ ਵਾਲੇ ਬੰਨੇ ਰਹੇਗਾ, ਵਿਸ਼ਿਆਂ ਵਿਕਾਰਾਂ ਨੂੰ ਭੋਗਣ ਵਾਲੇ ਪਾਸੇ ਰਹੇਗਾ। ਇਸ ਵਾਸਤੇ ਉਸ ਸਮੇਂ ਇਹ ਵਰਤ ਰੱਖਣ ਦੀ ਪਰੰਪਰਾ ਸ਼ੁਰੂ ਕਰਦੀ ਕਿ ਆਪੇ ਭੁੱਖਾ ਰਹੇਗਾ, ਭੁੱਖ ਦੇ ਨਾਲ ਇਹਦਾ ਧਿਆਨ ਜਿਹੜਾ ਹੈ ਭੁੱਖ ਦੇ ਵਾਲੇ ਪਾਸੇ ਰਹੇਗਾ, ਇਹ ਝਗੜਿਆਂ ਤੋਂ, ਇਸ ਬੰਨੇ ਤੋਂ ਜਿਹੜਾ ਵਿਸ਼ਿਆਂ ਵਿਕਾਰਾਂ ਤੋਂ ਬਚਿਆ ਰਹੇਗਾ ਅਤੇ ਇਹ ਆਪਣਾ ਦਿਨ ਜਿਹੜਾ ਹੈ ਉਹ ਘਰ ਦੇ ਅੰਦਰ ਗੁਜ਼ਾਰੇਗਾ, ਵਿਸ਼ੇ ਵਿਕਾਰ ਭੋਗਣ ਵਾਸਤੇ ਕਿਤੇ ਬਾਹਰ ਨਾ ਭੱਜਾ ਫਿਰੇ। ਇਸ ਤਰੀਕੇ ਦੇ ਨਾਲ ਇਹ ਜਿਹੜੇ ਉਸ ਸਮੇਂ ਤੋਂ ਇਹ ਵਹਿਮ ਭਰਮ ਸ਼ੁਰੂ ਹੋਏ। ਫਿਰ ਸਮਾਂ ਆਉਂਦੇ ਆਉਂਦੇ ਇਹ ਜਿਹੜਾ ਮਨੁੱਖ ਉੱਤੇ ਇੰਨਾ ਪ੍ਰਭਾਵ ਪਾਇਆ ਕਿ ਮਨੁੱਖ ਨੂੰ ਇੰਨਾ ਕੁ ਜਕੜ ਲਿਆ ਕਿ ਇਹ ਜਿਹੜੇ ਛੋਟੇ ਵਹਿਮ ਪਾਏ ਸੀ ਨਾ, ਭਰਮ ਪਾਏ ਸੀ, ਉਹ ਵੀ ਇੱਕ ਬੜਾ ਵੱਡਾ ਅਤੇ ਖਤਰਨਾਕ ਵਹਿਮ ਬਣ ਗਏ, ਜਿਨ੍ਹਾਂ ਨੂੰ ਕੱਢਣ ਵਾਸਤੇ ਫਿਰ ਸਤਿਗੁਰੂ ਜੀ ਨੇ ਇਹ ਜੋ ਸਾਨੂੰ ਉਪਦੇਸ਼ ਦਿੱਤੇ ਨੇ, ਇਹ ਬਾਣੀਆਂ ਉਚਾਰਨ ਕੀਤੀਆਂ। ਇਵੇਂ ਜੋ ਇਸ ਮਹੀਨੇ ਦੇ ਪਾਵਨ ਉਪਦੇਸ਼ ਦੇ ਰਾਹੀਂ ਸਤਿਗੁਰੂ ਜੀ ਸਾਨੂੰ ਕੀ ਬਖਸ਼ਿਸ਼ ਕਰਦੇ ਨੇ, ਕਿਵੇਂ ਸਤਿਗੁਰੂ ਜੀ ਸਾਨੂੰ ਇਹ ਗਿਆਨ ਦਿੰਦੇ ਨੇ ਕਿ ਜਿਹੜੇ ਇਹ ਗੁਰਮਤਿ ਦੇ ਵਿੱਚ ਨੇ, ਇਹਨਾਂ ਦੇ ਵਿੱਚ ਆਪਾਂ ਇਹਨਾਂ ਰੁੱਤਾਂ ਨੂੰ, ਇਹਨਾਂ ਮਹੀਨਿਆਂ ਨੂੰ, ਇਹਨਾਂ ਨੂੰ ਕਿਸ ਢੰਗ ਦੇ ਨਾਲ ਲੈਣਾ ਹੈ। ਅਤੇ ਜਦੋਂ ਅਸੀਂ ਚੇਤ ਮਹੀਨੇ ਤੋਂ ਬਾਣੀ ਪੜ੍ਹਨੀ ਆਰੰਭ ਕਰਦੇ ਹਾਂ ਨਾ, ਪਹਿਲਾਂ ਇੱਕ ਸ਼ਬਦ ਆਉਂਦਾ ਹੈ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਜਿੱਥੋਂ ਇਹ ਬਾਣੀ ਸ਼ੁਰੂ ਹੁੰਦੀ ਹੈ, ਜਿੱਥੋਂ ਇਸ ਬਾਣੀ ਦਾ ਸਾਰ ਤੱਤ ਆਰੰਭ ਹੁੰਦਾ ਹੈ ਕਿ ਬੰਦਾ ਅਰਦਾਸ ਕਰਦਾ ਹੈ ਕਿ ਪਾਤਸ਼ਾਹ ਜੀ ਅਸੀਂ ਆਪਦੇ ਕੰਮਾਂ ਕਾਰਾਂ ਕਰਕੇ, ਕਾਰੋਬਾਰ ਦੇ ਕਰਕੇ, ਆਪਣੀ ਜ਼ਿੰਦਗੀ ਜਿਉਣ ਦੇ ਕਾਰਨ ਅਸੀਂ ਬੜੇ ਹੀ ਤੁਹਾਡੇ ਤੋਂ ਟੁੱਟ ਗਏ ਹਾਂ, ਤੁਹਾਨੂੰ ਪਰਮਾਤਮਾ ਜੀ ਭੁੱਲ ਗਏ ਹਾਂ, ਤੁਹਾਡੇ ਤੋਂ ਵੀ ਸਾਡਾ ਵਿਛੋੜਾ ਹੋ ਗਿਆ ਹੈ। ਕਿਰਪਾ ਕਰੋ ਸਾਡੇ 'ਤੇ, ਅਸੀਂ ਕਿਵੇਂ ਹੁਣ ਤੁਹਾਡੇ ਨਾਲ ਮਿਲੀਏ, ਤੁਹਾਡੇ ਨਾਲ ਸਾਡਾ ਮਿਲਾਪ ਕਿਵੇਂ ਹੋਵੇ, ਤੁਹਾਨੂੰ ਅਸੀਂ ਯਾਦ ਕਿਵੇਂ ਰੱਖੀਏ, ਕਿਵੇਂ ਅਸੀਂ ਤੁਹਾਡੇ ਤੱਕ ਪਹੁੰਚ ਸਕੀਏ। ਅਤੇ ਉਹ ਸਤਿਗੁਰੂ ਜੀ ਨੇ ਫਿਰ ਇਹਨਾਂ ਇਕੱਲੇ ਇਕੱਲੀ ਰੁੱਤ ਦੇ ਵਿੱਚ ਹਰ ਮਹੀਨੇ ਦੇ ਵਿੱਚ ਫਿਰ ਉਪਦੇਸ਼ ਦਿੱਤਾ ਕਿ ਇਸ ਉਪਦੇਸ਼ ਨੂੰ ਵੈਸੇ ਤਾਂ ਹਰ ਰੋਜ਼ ਉਪਦੇਸ਼ ਦਿੰਦੇ ਨੇ, ਪਰ ਜਿਹੜਾ ਇਹ ਸਾਡਾ ਰੁੱਤ, ਜਿਹੜੇ ਇਹ ਮੌਸਮ, ਜਿਵੇਂ ਜਿਹੜੀ ਇਹ ਪ੍ਰਕਿਰਤੀ ਉੱਤੇ ਜਿਹੜਾ ਮੌਸਮ ਦਾ ਪ੍ਰਭਾਵ ਪੈਂਦਾ ਹੈ ਨਾ, ਉਵੇਂ ਜਿਹੜਾ ਪ੍ਰਭਾਵ ਸਾਡੇ ਉੱਤੇ ਪੈਣਾ ਹੈ
ਤੇ ਅਸੀਂ ਉਹ ਪ੍ਰਭਾਵ ਨੂੰ ਕਬੂਲ ਕੇ ਕਿਵੇਂ ਪਰਮਾਤਮਾ ਵਾਲੇ ਪਾਸੇ ਲਿਜਾਣਾ ਹੈ, ਉਹ ਪ੍ਰਭਾਵ ਕੀ ਹੈ, ਉਸ ਨੂੰ ਅਸੀਂ ਕਿਵੇਂ ਮਹਿਸੂਸ ਕਰਨਾ ਹੈ, ਕਿਵੇਂ ਅੱਗੇ ਤੁਰਨਾ ਹੈ, ਉਹ ਸਤਿਗੁਰੂ ਜੀ ਸਾਨੂੰ ਇਸ ਉਪਦੇਸ਼ ਨਾਲ ਹੀ ਬਖਸ਼ਿਸ਼ ਕਰਦੇ ਨੇ। ਹੁਣ ਚਲਦਿਆਂ ਚੇਤ ਦੇ ਮਹੀਨੇ ਤੋਂ ਸ਼ੁਰੂਆਤ ਹੋਈ ਹੈ। ਕਿਵੇਂ ਉਸ ਸਮੇਂ ਤੋਂ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਦਿੱਤੇ ਨੇ ਕਿ ਹਰ ਇੱਕ ਮਹੀਨੇ ਦੇ ਅੰਦਰ ਜਿਹੜਾ ਮੌਸਮ ਆਉਣਾ ਹੈ, ਜਿਹੜੀ ਰੁੱਤ ਆਉਣੀ ਹੈ, ਉਸ ਨੇ ਤੇਰੇ ਉੱਤੇ ਕੈਸੇ ਪ੍ਰਭਾਵ ਪਾਉਣੇ ਨੇ, ਉਹਨਾਂ ਤੋਂ ਕਿਵੇਂ ਬਚਣਾ ਹੈ, ਕਿਵੇਂ ਭਜਨ ਬੰਦਗੀ ਕਰਨਾ ਹੈ, ਉਹ ਆਪਾਂ ਪਿੱਛੇ ਸਰਵਣ ਕੀਤੇ ਨੇ। ਅਤੇ ਹੁਣ ਚਲਦਿਆਂ ਜਿਵੇਂ ਪਿਛਲਾ ਭਾਦੋਂ ਦਾ ਮਹੀਨਾ ਸੀ, ਉਹ ਵੀ ਆਪਾਂ ਵਿਚਾਰ ਸਰਵਣ ਕੀਤੀ ਸੀ ਕਿ ਇਹ ਭਾਦੋਂ ਦਾ ਮਹੀਨਾ ਜਿਹੜਾ ਹੈ ਇਹ ਗਰਮੀ ਦਾ ਆਖਰੀ ਮਹੀਨਾ ਹੈ। ਅਤੇ ਇਸ ਮਹੀਨੇ ਦੇ ਵਿੱਚ ਮੌਸਮ ਜਿਹੜਾ ਹੈ ਉਹ ਬੜਾ ਤਬਦੀਲ ਹੋ ਜਾਂਦਾ ਹੈ। ਕਦੇ ਤਾਂ ਅਚਾਨਕ ਗਰਮੀ ਹੋ ਜਾਂਦੀ ਅਤੇ ਕਦੇ ਅਚਾਨਕ ਹੀ ਜਿਹੜਾ ਮੌਸਮ ਠੰਡਾ ਹੋ ਜਾਂਦਾ ਹੈ। ਇਵੇਂ ਹੀ ਜਿਹੜੇ ਜੀਵ ਨੇ ਉਹ ਵੀ ਕਦੇ ਤਾਂ ਪਰਮਾਤਮਾ ਦਾ ਜਿਹੜਾ ਭਜਨ ਬੰਦਗੀ ਕਰਨ ਲੱਗ ਜਾਂਦੇ ਨੇ ਅਤੇ ਕਦੇ ਆਪਣੇ ਕੰਮਾਂ ਕਾਰਾਂ ਦੇ ਕਾਰਨ ਬੜੇ ਹੀ ਟੁੱਟ ਜਾਂਦੇ ਨੇ, ਦੂਰ ਹੋ ਜਾਂਦੇ ਨੇ। ਇਵੇਂ ਹੁਣ ਸਤਿਗੁਰੂ ਜੀ ਆਖਦੇ ਨੇ ਕਿ ਜੇ ਹੁਣ ਰੁੱਤ ਆਈ ਨਾ, ਠੰਡ ਦੀ ਆਰੰਭਤਾ ਹੋਈ ਹੈ, ਇੱਥੇ ਆਉਂਦਿਆਂ ਜਿਹੜਾ ਜਗਿਆਸੂ, ਜਿਹੜਾ ਚਿੰਤਨ ਕਰਨ ਵਾਲਾ, ਨਾਮ ਅਭਿਆਸ ਕਰਨ ਵਾਲਾ, ਉਸਨੇ ਜਦੋਂ ਚੇਤ ਦੇ ਮਹੀਨੇ ਤੋਂ ਸ਼ੁਰੂਆਤ ਕੀਤਾ ਸੀ, ਕਰਦਿਆਂ ਉਸਦੀ ਕੈਸੀ ਅਵਸਥਾ ਬਣੀ ਹੈ। ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਰ ਜਾਏ। ਅਤੇ ਸਤਿਗੁਰੂ ਜੀ ਯਾਦ ਨੇ ਜਦੋਂ ਅੱਸੂ ਦਾ ਮਹੀਨਾ ਆਇਆ ਨਾ, ਇਹ ਠੰਡ ਦੀ ਰੁੱਤ ਆਰੰਭਤਾ ਹੋਈ, ਗਰਮੀ ਤੋਂ ਰਾਹਤ ਮਿਲੀ। ਅਤੇ ਫਿਰ ਜਿਹੜਾ ਜੀਵ ਰੂਪ ਜਗਿਆਸੂ ਹੈ ਨਾ, ਇਸ ਦੇ ਮਨ ਅੰਦਰ ਉਹ ਪਰਮਾਤਮਾ ਪ੍ਰਤੀ ਜਿਸ ਤਰੀਕੇ ਦੇ ਨਾਲ ਸਮੁੰਦਰ ਵਿੱਚ ਜਵਾਰ ਭਾਟਾ ਹੁੰਦਾ ਹੈ, ਉਛਾਲਾ ਪੈਂਦਾ ਹੈ, ਅਤੇ ਹੁਣ ਜਦੋਂ ਇਹ ਠੰਡ ਦੀ ਰੁੱਤ ਆਈ ਨਾ, ਗਰਮੀ ਤੋਂ ਰਾਹਤ ਮਿਲੀ, ਫਿਰ ਪ੍ਰੇਮੀ ਦੇ ਅੰਦਰ, ਜਗਿਆਸੂ ਦੇ ਅੰਦਰ ਉਹ ਪਰਮਾਤਮਾ ਦੇ ਨਾਲ ਮਿਲਾਪ ਦਾ ਉਮਾਹੜਾ ਆਇਆ, ਜਵਾਰ ਭਾਟਾ ਆਇਆ, ਮਨ ਅੰਦਰ ਉਛਾਲ ਆਇਆ ਕਿ ਉਹ ਪਰਮਾਤਮਾ ਦੇ ਪ੍ਰਤੀ ਪ੍ਰੇਮ ਜਾਗਿਆ, ਕਿ ਹੁਣ ਮਨ ਅੰਦਰ ਵਿਚਾਰ ਆਉਣ ਲੱਗਾ ਕਿ ਮੈਂ ਸੇਵਾ ਸਿਮਰਨ ਵੀ ਕਰਦਾ, ਬੜਾ ਭਜਨ ਬੰਦਗੀ ਕਰਦਾ ਵਾਂ, ਸ਼ੁਰੂਆਤ ਹੋ ਚੁੱਕੀ ਹੈ। ਅਤੇ ਹੁਣ ਉਹ ਜਿਹੜਾ ਸੀ ਨਾ, ਇੰਨੀ ਕੁ ਭੁੱਖ ਲੱਗਣ ਲੱਗੀ, ਇੰਨਾ ਕੁ ਮਨ ਅੰਦਰ ਉਤਸ਼ਾਹ ਆਉਣ ਲੱਗਾ ਕਿ ਮਨ ਅੰਦਰ ਹੁਣ ਵਿਚਾਰ ਨਿਕਲਦੀ ਹੈ, ਕਿਉਂ ਮਿਲੀਏ ਹਰ ਜਾਏ। ਹੁਣ ਕੀ ਕਾਰਨ ਹੈ, ਕਿਸ ਤਰੀਕੇ ਦੇ ਨਾਲ, ਕਿਉਂ ਉਹ ਪਰਮਾਤਮਾ ਨੂੰ ਮਿਲਣਾ ਹੈ, ਕਿਉਂ ਉਹ ਪਰਮਾਤਮਾ ਤੱਕ ਪਹੁੰਚਿਆ ਜਾਵੇ, ਕੀ ਢੰਗ ਹੈ, ਕੀ ਕਾਰਨ ਹੈ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਨ ਮਿਲਾਵੈ ਮਾਏ। ਅਤੇ ਸਤਿਗੁਰੂ ਜੀ ਯਾਦ ਨੇ ਫਿਰ ਜੀਵ ਰੂਪ ਜਗਿਆਸੂ ਜਿਹੜਾ ਹੈ ਨਾ, ਉਹ ਪਰਮਾਤਮਾ ਦਾ ਪ੍ਰੇਮੀ ਹੈ ਨਾ, ਉਹਦੇ ਅੰਦਰ ਇੰਨੀ ਕੁ ਦਰਸ਼ਨਾਂ ਦੀ ਭੁੱਖ ਲੱਗੀ ਹੈ, ਇੰਨਾ ਕੁ ਉਮਾਹੜਾ ਉਤਸ਼ਾਹ ਆਇਆ ਹੈ ਉਹ ਪਰਮਾਤਮਾ ਨੂੰ ਮਿਲਦਾ ਕਿ ਮਨ ਅਤੇ ਤਨ ਜਿਹੜੇ ਹੈ ਨਾ, ਇਹ ਦੋਵਾਂ ਦੇ ਅੰਦਰ ਪਿਆਸ ਲੱਗੀ ਹੈ ਉਹ ਪਰਮਾਤਮਾ ਦੇ ਦਰਸ਼ਨਾਂ ਦੀ। ਜਿਹੜਾ ਮਨ ਹੈ ਜੋ ਸਿਮਰਨ ਕਰਦਾ ਹੈ ਅਤੇ ਮਨ ਅੰਦਰ ਵਿਚਾਰ ਆਉਂਦੀ ਹੈ ਕਿ ਕਦੋਂ ਸਮਾਂ ਆਵੇ, ਕਦੋਂ ਮੇਰੇ ਦਸਮ ਦੁਆਰ ਖੁੱਲ੍ਹੇ, ਕਦੋਂ ਸਤਿਗੁਰਾਂ ਦੇ ਦਰਸ਼ਨ ਹੋਣ, ਅਤੇ ਮੇਰੀ ਜਿਹੜੀ ਇਹ ਭੁੱਖ ਹੈ, ਇਹ ਦਰਸ਼ਨਾਂ ਦੀ ਪਿਆਸ ਹੈ, ਕਦੋਂ ਇਹ ਤੋਂ ਤ੍ਰਿਪਤੀ ਹੋਵੇ, ਕਦੋਂ ਇਹ ਦਰਸ਼ਨਾਂ ਦੀ ਪਿਆਸ ਬੁਝੇ। ਅਤੇ ਜਿਹੜਾ ਤਨ ਹੈ ਨਾ, ਇਹ ਤਨ ਵੀ ਹੁਣ ਗਰਮੀ ਤੋਂ ਰਾਹਤ ਮਿਲੀ ਹੈ, ਅਤੇ ਇਹ ਤਨ, ਇਹ ਅੱਖਾਂ ਜਿਹੜੀਆਂ ਨੇ, ਜਿਹੜੀਆਂ ਅੱਖਾਂ ਬਾਰੇ ਤੀਜੇ ਪਾਤਸ਼ਾਹ ਨੇ ਸਾਡੇ ਸਰੀਰ ਦੇ ਅੰਗਾਂ ਬਾਰੇ ਨਾ ਬੜਾ ਗਿਆਨ ਦਿੱਤਾ ਆਨੰਦ ਸਾਹਿਬ ਦੀ ਬਾਣੀ ਅੰਦਰ, ਕਿ ਇਹ ਅੱਖਾਂ ਜਿਹੜੀਆਂ ਨੇ, ਜਿਵੇਂ ਅਸੀਂ ਪੈਰਾਂ ਦੇ ਨਾਲ ਚੱਲ ਕੇ ਆਉਂਦੇ ਹਾਂ, ਭਾਈ ਗੁਰਦਾਸ ਵੀ ਦੱਸਦੇ ਨੇ ਕਿ ਹੱਥ ਉਹ ਪਵਿੱਤਰ ਨੇ ਜਿਹੜੇ ਗੁਰੂ ਦੀ ਸੇਵਾ ਵਿੱਚ ਲੱਗ ਗਏ ਨੇ, ਪੈਰ ਉਹ ਪਵਿੱਤਰ ਨੇ ਜਿਹੜੇ ਚੱਲ ਕੇ ਗੁਰੂ ਦੀ ਸੰਗਤ ਵਿੱਚ ਆ ਗਏ ਨੇ, ਅੱਖਾਂ ਉਹ ਪਵਿੱਤਰ ਨੇ ਜਿਹੜੀਆਂ ਅੱਖਾਂ ਦੇ ਨਾਲ ਆ ਕੇ ਗੁਰੂ ਦੀਆਂ ਸੰਗਤਾਂ ਦੇ ਦਰਸ਼ਨ ਕੀਤੇ ਨੇ, ਆਣ ਕੇ ਗੁਰੂ ਦੇ ਦਰਸ਼ਨ ਕੀਤੇ ਨੇ। ਇਵੇਂ ਹੁਣ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਹੁਣ ਜਦੋਂ ਇੰਨੀ ਕੁ ਅਵਸਥਾ ਬਣੀ ਹੈ ਨਾ ਕਿ ਮਨ ਅੰਦਰ ਵੀ ਪਿਆਸ ਲੱਗੀ ਹੈ, ਅਤੇ ਮਨ ਜਿਹੜਾ ਇਹ ਵੀ ਦਰਸ਼ਨਾਂ ਨੂੰ ਲੋਚਦਾ ਹੈ, ਅਤੇ ਇਵੇਂ ਜਿਹੜਾ ਤਨ ਹੈ ਨਾ, ਉਹ ਵੀ ਹੁਣ ਤਨ ਨੂੰ ਵੀ ਭੁੱਖ ਲੱਗਦੀ ਹੈ ਕਿ ਕਦੋਂ ਮੈਂ ਗੁਰੂ ਦੇ ਦਰਬਾਰੇ 'ਤੇ ਜਾਵਾਂ, ਕਦੋਂ ਆਪਣੇ ਹੱਥਾਂ ਦੇ ਨਾਲ ਮੈਂ ਗੁਰੂ ਦੇ ਦਰਬਾਰੇ ਦੀ ਸੇਵਾ ਕਰਾਂ, ਕਦੋਂ ਜਾ ਕੇ ਸਮਾਂ ਆਵੇ ਕਿ ਸਤ ਸੰਗਤ ਸ਼ਾਮ ਹੋਵੇ ਜਾਂ ਸਵੇਰ ਹੋਵੇ, ਆਪਣੇ ਇਹਨਾਂ ਪੈਰਾਂ ਦੇ ਨਾਲ ਚੱਲ ਕੇ ਮੈਂ ਸਤ ਸੰਗਤ ਦੇ ਵਿੱਚ ਜਾਵਾਂ। ਇਸ ਤਰ੍ਹਾਂ ਸਤਿਗੁਰੂ ਜੀ ਯਾਦ ਨੇ ਇਹ ਮਨ ਅਤੇ ਤਨ ਦੋਵਾਂ ਨੂੰ ਬੜੀ ਪਿਆਸ ਲੱਗੀ ਹੈ, ਬਹੁਤ ਜ਼ਿਆਦਾ ਘਣੀ ਹੈ, ਜਿਹਦੀ ਗਿਣਤੀ ਮਿਣਤੀ ਬੜੀ ਜ਼ਿਆਦਾ ਹੈ। ਸਬਰ ਕਰਨਾ ਜਿਹੜਾ ਬੜਾ ਮੁਸ਼ਕਲ ਹੈ, ਅਤੇ ਹੁਣ ਇੱਕੋ ਇੱਕ ਅਰਦਾਸ ਨਿਕਲਦੀ ਹੈ, ਕੋਈ ਆਨ ਮਿਲਾਵੇ ਮਾਏ। ਅਤੇ ਜਿਵੇਂ ਬੰਦਾ ਦੁਖੀ ਹੁੰਦਾ ਹੈ, ਭਾਵੇਂ ਜਿੰਨਾ ਮਰਜ਼ੀ ਬੱਚੇ ਦਾ ਪ੍ਰੇਮ ਆਪਣੇ ਪਿਤਾ ਦੇ ਨਾਲ ਹੋਵੇ,
ਪਰ ਜਿਹੜੀ ਮਾਂ ਨੇ 10 ਮਹੀਨੇ ਬੱਚੇ ਨੂੰ ਆਪਣੇ ਪੇਟ ਦੇ ਵਿੱਚ ਰੱਖ ਕੇ ਆਪਣੀ ਜਠਰ ਅਗਨੀ ਦੇ ਨਾਲ ਪਾਲਿਆ ਹੈ, ਆਪਣੇ ਨੂਰ ਨੂੰ ਗਵਾ ਕੇ ਆਪਣੇ ਜਿਗਰ ਦੇ ਟੁਕੜੇ ਨੂੰ ਪੈਦਾ ਕੀਤਾ, ਜਨਮ ਦਿੱਤਾ ਹੈ ਨਾ, ਤੇ ਉਸ ਮਾਂ ਦੇ ਨਾਲ ਇੰਨੀ ਮਮਤਾ ਜੁੜਦੀ ਹੈ। ਜਦੋਂ ਬੰਦੇ ਦੇ ਅੰਦਰ ਦੁੱਖ ਹੁੰਦਾ ਹੈ ਨਾ, ਕੋਈ ਤਕਲੀਫ ਹੁੰਦੀ ਹੈ, ਉਦੋਂ ਜਾਂ ਤੇ ਰੱਬ ਦੀ ਯਾਦ ਆਉਂਦੀ ਹੈ, ਹਾਏ ਰੱਬਾ, ਤੇ ਜਾਂ ਹਾਏ ਮਾਂ ਦੀ ਆਵਾਜ਼ ਆਉਂਦੀ ਹੈ। ਇਵੇਂ ਸਤਿਗੁਰੂ ਜੀ ਯਾਦ ਨੂੰ ਪਿਆਸ ਇੰਨੀ ਕੁ ਲੱਗੀ ਏ, ਵਿਛੋੜੇ ਦਾ ਦੁੱਖ ਇੰਨਾ ਕਿ ਪ੍ਰੇਮੀ ਦੇ ਅੰਦਰ ਕਿ ਉਹਦੇ ਹੁਣ ਅੰਦਰੋਂ ਹੁਣ ਹੂਕ ਨਿਕਲਦੀ ਹੈ ਕਿ ਮਾਂ ਕਦੋਂ ਮੈਨੂੰ ਮਿਲਾਪ ਹੋਵੇਗਾ, ਇਹ ਰੱਬਾ ਕਦੋਂ ਮੈਂ ਤੇਰੇ ਨਾਲ ਮਿਲਾਂਗਾ। ਸੰਤ ਸਹਾਈ ਪ੍ਰੇਮ ਕੇ ਹੋਂ ਤਿਨ ਕੈ ਲਾਗਾਂ ਪਾਏ। ਤੇ ਸਤਿਗੁਰੂ ਜੀ ਅੱਗੇ ਬਾਸ਼ੀ ਕਰਦੇ ਨੇ, ਜਿਹੜੇ ਸੰਤ ਨੇ, ਸੰਤ ਕੌਣ ਨੇ? ਜਿਹੜੇ ਉਹ ਪਰਮਾਤਮਾ ਤੱਕ ਪਹੁੰਚ ਚੁੱਕੇ ਨੇ, ਜਿਹੜੇ ਉਹ ਪਰਮਾਤਮਾ ਦੇ ਨਾਲ ਅਭੇਦ ਹੋ ਚੁੱਕੇ ਨੇ, ਜਿਨ੍ਹਾਂ ਨੇ ਇਸ ਰਸਤੇ ਨੂੰ, ਇਸ ਅਵਸਥਾਵਾਂ ਨੂੰ ਲੰਘ ਚੁੱਕੇ ਨੇ, ਪਾਸ ਕਰ ਚੁੱਕੇ ਨੇ, ਉਹਨਾਂ ਦੇ ਨਾਲ ਫਿਰ ਸਤਿਗੁਰੂ ਜੀ ਆਖਦੇ ਨੇ ਉਹ ਸਹਾਈ ਹੁੰਦੇ ਨੇ ਇਸ ਪ੍ਰੇਮ ਦੇ ਨਾਲ। ਇਸ ਜਿਹੜਾ ਵਿਛੋੜੇ ਦਾ ਦੁੱਖ ਹੈ ਉਹ ਪਰਮਾਤਮਾ ਤੱਕ ਪਹੁੰਚਣ ਵਿੱਚ ਜਿਹੜੀ ਸਾਡੀ ਮਦਦ ਕਰਦੇ ਨੇ। ਉਹ ਸੰਤ ਕੌਣ ਹੁੰਦੇ ਨੇ? ਉਹ ਜ਼ਰੂਰੀ ਨਹੀਂ ਕਿ ਪਹਿਰਾਵੇ ਦਾ ਨਾਮ ਹੈ, ਸੰਤ ਨਾਮ ਹੈ ਅਵਸਥਾ ਦਾ ਨਾਮ। ਜਿਨ੍ਹਾਂ ਨੇ ਭਜਨ ਬੰਦਗੀ ਕੀਤਾ, ਆਪਣਾ ਗ੍ਰਸਤੀ ਜੀਵਨ ਵੀ ਬਤੀਤ ਕੀਤਾ, ਤੇ ਉਹਨਾਂ ਨੇ ਸਤਿਗੁਰੂ ਦੇ ਉਪਦੇਸ਼ਾਂ ਨੂੰ ਮੰਨ ਕੇ ਸੇਵਾ ਵੀ ਕੀਤੀ, ਸਿਮਰਨ ਵੀ ਕੀਤਾ, ਤੇ ਇਹਨਾਂ ਸਾਰੀਆਂ ਅਵਸਥਾਵਾਂ ਨੂੰ ਲੰਘ ਕੇ ਕਿਸ ਤਰੀਕੇ ਦੇ ਨਾਲ ਉਹ ਮਿਲੇ, ਫਿਰ ਉਹ ਸਹਾਇਤਾ ਕਰਦੇ ਨੇ। ਉਹ ਸਾਨੂੰ ਦੱਸਦੇ ਨੇ ਕਿ ਹੁਣ ਤੁਹਾਡੀ ਆਹ ਅਵਸਥਾ ਹੈ, ਜੇ ਦਰਸ਼ਨ ਕਰਨੇ ਨੇ ਆਹ ਜੁਗਤੀ ਅਪਣਾਓ, ਆਹ ਤਰੀਕਾ ਅਪਣਾਓ। ਹਰ ਰੋਜ਼ ਅਸੀਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਉਪਦੇਸ਼ ਪੜ੍ਹਦੇ ਹਾਂ ਨਾ, ਜ਼ੋਰ ਨਾ ਜੁਗਤੀ ਛੁਟਿਆ ਸੰਸਾਰ। ਸਤਿਗੁਰੂ ਜੀ ਯਾਦ ਨੇ, ਤਾਕਤ ਜਿੰਨੀ ਮਰਜ਼ੀ ਤੇਰੇ ਕੋਲ, ਜ਼ੋਰ ਜਿੰਨਾ ਮਰਜ਼ੀ ਹੈ, ਪਰ ਇੱਕ ਤਰੀਕਾ ਹੈ, ਇੱਕ ਜੁਗਤੀ ਹੈ ਕਿ ਉਹ ਸੇਵਾ ਸਿਮਰਨ ਜੁਗਤੀ ਹੈ, ਜਿਹਦੇ ਨਾਲ ਉਹ ਪਰਮਾਤਮਾ ਤੱਕ ਪਹੁੰਚਿਆ ਜਾਣਾ ਹੈ। ਉਹ ਪਰਮਾਤਮਾ ਦੇ ਅੱਗੇ, ਉਹ ਪਰਮਾਤਮਾ ਦੇ ਨਾਲ ਮਿਲਣ ਵਾਸਤੇ ਤੇਰਾ ਜ਼ੋਰ ਕਿਸੇ ਕੰਮ ਦਾ ਨਹੀਂ। ਜਿਸ ਤਰੀਕੇ ਦੇ ਨਾਲ ਹੁਣ ਹਾਥੀ ਦੇ ਕੋਲ ਜ਼ੋਰ ਤੇ ਬੜਾ ਹੈ, ਪਰ ਉਹਨੂੰ ਵਰਤਣ ਦਾ ਢੰਗ ਤਰੀਕਾ ਨਹੀਂ। ਬੰਦੇ ਦੇ ਅੰਦਰ ਹਾਥੀ ਦੇ ਮੁਕਾਬਲੇ ਕੁਝ ਕੁ % ਹੀ ਜ਼ੋਰ ਹੈ, ਪਰ ਬੰਦੇ ਦੇ ਅੰਦਰ ਉਹ ਸੂਝ ਬੂਝ ਹੈ, ਬੰਦੇ ਨੂੰ ਜੁਗਤੀ ਹੈ, ਬੰਦੇ ਕੋਲ ਤਰੀਕਾ ਹੈ ਕਿ ਉਸ ਜ਼ੋਰ ਨੂੰ ਕਿਸ ਤਰੀਕੇ ਦੇ ਨਾਲ ਅਪਣਾਉਣਾ ਹੈ, ਕਿਸ ਤਰੀਕੇ ਦੇ ਨਾਲ ਵਰਤਣਾ ਹੈ। ਇਵੇਂ ਸਤਿਗੁਰੂ ਜੀ ਯਾਦ ਨੇ ਫਿਰ ਇਹ ਜਿਹੜੇ ਐਸੇ ਸੰਤ ਜਿਹੜੇ ਉਹ ਪਰਮਾਤਮਾ ਤੱਕ ਪਹੁੰਚ ਚੁੱਕੇ ਨੇ, ਉਹ ਫਿਰ ਸਹਾਈ ਹੁੰਦੇ ਨੇ। ਉਹਨਾਂ ਦੇ ਨਾਲ ਫਿਰ ਸਤਿਗੁਰੂ ਜੀ ਯਾਦ ਨੇ ਹੋਂ ਤਿਨ ਕੈ ਲਾਗਾਂ ਪਾਏ। ਫਿਰ ਉਹਨਾਂ ਦੀ ਸ਼ਰਨ ਦੇ ਜਾਵਾਂ, ਉਹਨਾਂ ਦੀ ਜਾ ਕੇ ਪੈਰੀ ਹੱਥ ਲਾਵਾਂ, ਭਾਵ ਕਿ ਮੈਂ ਨਿਮਾਣਾ ਬਣਾ, ਆਪਦਾ ਹਉਮੈ ਹੰਕਾਰ ਨਾ ਰੱਖਾਂ। ਭਾਵਨਾ ਦੇ ਨਾਲ ਉਹਨਾਂ ਦੇ ਨਾਲ ਮਿਲ ਕੇ, ਉਹਨਾਂ ਦੇ ਕੋਲ ਮੈਂ ਜਿਹੜੀਆਂ ਉਹਨਾਂ ਜੁਗਤੀਆਂ ਅਪਣਾਈਆਂ, ਜਿਹੜੇ ਤਰੀਕੇ ਅਪਣਾਏ, ਉਹਨਾਂ ਦੇ ਨਾਲ ਵਿਚਾਰ ਚਰਚਾ ਕਰਕੇ ਉਹਨਾਂ ਤੋਂ ਸਿੱਖਿਆ ਲਵਾਂ ਕਿ ਕਿਸ ਢੰਗ ਦੇ ਨਾਲ ਹੁਣ ਜਿਹੜੀ ਇਹ ਮੇਰੇ ਦਰਸ਼ਨਾਂ ਦੀ ਪਿਆਸ ਹੈ ਇਹ ਬੁਝੇ, ਕਿਸ ਢੰਗ ਦੇ ਨਾਲ ਮੈਂ ਉਹ ਪਰਮਾਤਮਾ ਦੇ ਨਾਲ ਮਿਲਾਂ, ਤੇ ਅੱਗੇ ਹੁਣ ਮੈਂ ਕੀ ਕਰਾਂ। ਵਿਨ ਪ੍ਰਭ ਕਿਉਂ ਸੁਖ ਪਾਈਐ, ਦੂਜੀ ਨਾਹੀ ਜਾਏ। ਤੇ ਸਤਿਗੁਰੂ ਜੀ ਯਾਦ ਨੇ, ਹੁਣ ਦੁੱਖ ਬੜਾ ਹੈ, ਦਰਸ਼ਨਾਂ ਦੀ ਪਿਆਸ ਬੜੀ ਹੈ, ਤੇ ਉਹ ਵਿਛੋੜੇ ਦਾ ਦੁੱਖ ਜਿਹੜਾ ਹੈ ਨਾ ਉਹ ਸਹਿਆ ਨਹੀਂ ਜਾਂਦਾ। ਤੇ ਵਿਨ ਪ੍ਰਭ ਕਿਉਂ ਸੁਖ ਪਾਈਏ, ਹੁਣ ਐਸੀ ਹਾਲਤ ਬਣ ਗਈ ਹੈ ਕਿ ਜੇ ਉਹ ਪਰਮਾਤਮਾ ਦੇ ਦਰਸ਼ਨ ਨਹੀਂ ਨਾ ਹੁੰਦੇ, ਉਹ ਪਰਮਾਤਮਾ ਤੱਕ ਪਹੁੰਚ ਨਹੀਂ ਨਾ ਹੁੰਦੀ, ਤੇ ਸਤਿਗੁਰੂ ਜੀ ਯਾਦ ਨੇ ਸੁੱਖ ਹੀ ਨਹੀਂ ਮਿਲਦਾ। ਭਾਵੇਂ ਜਿੱਡੇ ਮਰਜ਼ੀ ਵੱਡੇ ਮਹਿਲ ਬਣੇ ਨੇ, ਗੱਡੀਆਂ ਨੇ, ਧਨ ਦੌਲਤ ਪੈਸਾ ਹੈ, ਦੁਨਿਆਵੀ ਸੁੱਖ ਜਿੰਨੇ ਮਰਜ਼ੀ ਭਰਪੂਰ ਨੇ, ਪਰ ਜਿਹਦੇ ਅੰਦਰ ਦਰਸ਼ਨਾਂ ਦੀ ਇੱਛਾ ਹੈ ਨਾ, ਪਿਆਸ ਲੱਗੀ ਹੈ, ਦਰਸ਼ਨਾਂ ਦਾ ਵਿਛੋੜੇ ਦਾ ਦੁੱਖ ਹੈ, ਸਤਿਗੁਰੂ ਜੀ ਯਾਦ ਨੇ ਉਹ ਹੁਣ ਇੰਨੀ ਕੁ ਅਵਸਥਾ ਤੱਕ ਪਹੁੰਚ ਚੁੱਕਾ ਹੈ ਕਿ ਉਸ ਦੀ ਭਾਵਨਾ ਇੰਨੀ ਕੁ ਬਣ ਚੁੱਕੀ ਹੈ ਕਿ ਹੁਣ ਦਰਸ਼ਨਾਂ ਤੋਂ ਬਗੈਰ, ਉਹ ਪ੍ਰਭੂ ਪਰਮਾਤਮਾ ਦੇ ਮਿਲਾਪ ਤੋਂ ਬਗੈਰ ਜਿਹੜਾ ਹੈ ਨਾ ਉਹ ਸੁੱਖ ਮਿਲਦਾ ਹੀ ਨਹੀਂ ਹੈ, ਸੁੱਖ ਪ੍ਰਾਪਤ ਹੀ ਨਹੀਂ ਹੁੰਦਾ। ਦੂਜੀ ਨਾ ਹੀ ਜਾਏ। ਪਰ ਸਤਿਗੁਰੂ ਜੀ ਯਾਦਦੇ ਨੇ ਕਿ ਬੰਦੇ ਦੇ ਉੱਤੇ ਦਰਸ਼ਨ ਕਿਉਂ ਨਹੀਂ ਹੁੰਦੇ, ਦਰਸ਼ਨਾਂ ਦੇ ਉਹ ਪਰਮਾਤਮਾ ਦੇ ਨਾਲ ਮਿਲਾਪ ਕਿਉਂ ਨਹੀਂ ਹੁੰਦਾ। ਦੂਜੀ ਨਾ ਹੀ ਜਾਏ। ਦੂਜੀ ਭਾਵਨਾ ਜਿਹੜੀ ਹੈ ਨਾ ਉਹ ਇੱਕ ਪਰਮਾਤਮਾ ਹੈ, ਅਤੇ ਦੂਜੀ ਕੀ ਹੈ, ਇਹ ਸਾਰੀ ਸ੍ਰਿਸ਼ਟੀ ਜਿਹੜੀ ਇਹ ਮਾਇਆ ਹੈ, ਇਹ ਜਿਹੜੀ ਉਹ ਪਰਮਾਤਮਾ ਦੇ ਜਿਹੜਾ ਹੈ ਉਹ ਸਤੋ ਗੁਣ ਨੂੰ ਭੁਲਾ ਕੇ ਰਜੋ ਅਤੇ ਤਮੋ ਦੇ ਪ੍ਰਭਾਵ ਦੇ ਵਿੱਚ, ਇਹ ਦੁਨਿਆਵੀ ਸੁੱਖ ਸਹੂਲਤਾਂ ਦੇ ਵਿੱਚ, ਇਹਨਾਂ ਦੇ ਵਿੱਚ ਸਾਨੂੰ ਮਸਤ ਕਰਦੀ ਹੈ ਨਾ, ਇਹ ਜਿਹੜੀ ਦੂਜ ਭਾਵਨਾ ਹੈ ਸਤਿਗੁਰੂ ਜੀ ਆਪ ਨੇ ਉਹ ਜਾਂਦੀ ਨਹੀਂ। ਕਾਰਨ ਕੀ ਹੈ?
ਪਰਮਾਤਮਾ ਦੇ ਨਾਲ ਮਿਲਣ ਦਾ, ਸੁੱਖ ਪ੍ਰਾਪਤ ਨਾ ਹੋਣ ਦਾ, ਕਿ ਸਾਡੀ ਜਿਹੜੀ ਦੂਸਰੀ ਭਾਵਨਾ ਹੈ ਨਾ ਵਿਸ਼ਿਆਂ ਵਿਕਾਰਾਂ ਦੀ, ਵੈਰ ਵਿਰੋਧਤਾ ਦੀ, ਕਾਮ ਕ੍ਰੋਧ ਦੀ ਵਿਕਾਰਾਂ ਦੀ, ਜਿਹੜੀ ਇਹ ਬੇਈਮਾਨੀਆਂ ਦੀ, ਇਹ ਦੁਨਿਆਵੀ ਸੁੱਖ ਸਹੂਲਤਾਂ ਲੈਣ ਦੀ ਭਾਵਨਾ ਹੈ ਨਾ, ਸਤਿਗੁਰੂ ਜੀ ਆਖਦੇ ਨੇ ਉਹ ਨਹੀਂ ਜਾਂਦੀ। ਕਿਉਂਕਿ ਸਤਿਗੁਰੂ ਜੀ ਦੇ ਅਸੀਂ ਹਰ ਰੋਜ਼ ਬਚਨ ਪੜ੍ਹਦੇ ਹਾਂ ਕਿ ਗੁਰੂ ਦੇ ਨਾਲ ਮਿਲਾਪ ਕੀ ਹੋਵੇ। ਸਤਿਗੁਰੂ ਜੀ ਦੀ ਬਾਣੀ ਪੜ੍ਹਦੇ ਹਾਂ ਨਾ, ਮੋਹ ਕੇ ਬੋਲਣ ਬੋਲੀਐ, ਜਿਤ ਸੁਣ ਧਰੇ ਪਿਆਰ, ਫੇਰ ਕੇ ਅੱਗੇ ਰੱਖੀਐ, ਜਿਤ ਦਿਸੈ ਦਰਬਾਰ। ਸਤਿਗੁਰੂ ਜੀ ਯਾਦ ਨੇ ਕਿ ਕੀ ਐਸੀ ਭੇਟਾ ਕਰੀਏ ਕਿ ਉਹ ਸਤਿਗੁਰੂ ਜੀ ਦੇ ਦਰ ਦੇ ਸਾਨੂੰ ਦਰਸ਼ਨ ਹੋਣ, ਸੱਚਖੰਡ ਦੇ ਸਾਨੂੰ ਦਰਸ਼ਨ ਹੋ ਜਾਣ, ਉਹ ਦਰਬਾਰ ਸਾਨੂੰ ਦਿਸ ਪਵੇ। ਕੀ ਐਸੀ ਭੇਟਾ ਕਰੀਏ, ਕੀ ਐਸੇ ਮੁਖ ਦੇ ਵਿੱਚੋਂ ਬੋਲ ਬੋਲੀਏ, ਜਿਨ੍ਹਾਂ ਬੋਲਾਂ ਨੂੰ ਸੁਣ ਕੇ, ਜਿਨ੍ਹਾਂ ਬਚਨਾਂ ਨੂੰ ਸੁਣ ਕੇ, ਗੱਲਾਂ ਨੂੰ ਸੁਣ ਕੇ ਉਹ ਪਰਮਾਤਮਾ ਦੇ ਨਾਲ ਸਾਡਾ ਪ੍ਰੇਮ ਬਣ ਜਾਵੇ, ਉਹ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ। ਅਤੇ ਸਤਿਗੁਰੂ ਜੀ ਯਾਦ ਨੇ ਇੱਕ ਕੰਮ ਕਰੋ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅਤੇ ਸਤਿਗੁਰੂ ਜੀ ਆਖਦੇ ਨੇ ਕਿ ਉਹ ਪਰਮਾਤਮਾ ਦਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰ, ਸਿਮਰਨ ਕਰ, ਗੁਰੂ ਦੇ ਦਵਾਰ 'ਤੇ ਜਾ, ਭਜਨ ਬੰਦਗੀ ਕਰ। ਜੇ ਉਹ ਪਰਮਾਤਮਾ ਦੇ ਨਾਲ ਮਿਲਣਾ ਚਾਹੁੰਦਾ ਹੀ, ਇਹੀ ਆਪਦੇ ਜਾ ਕੇ ਆਪਦੇ ਮੂੰਹ ਦੇ ਵਿੱਚੋਂ ਇਹ ਬੋਲ ਇਹੀ ਭੇਟਾ ਹੈ ਕਿ ਤੂੰ ਆਪਦੀ ਨੀਂਦ ਤਿਆਗ ਦੇ, ਨੀਂਦ ਨੂੰ ਛੱਡ ਕੇ ਇਹ ਨੀਂਦ ਦੀ ਭੇਟਾ ਗੁਰੂ ਨੂੰ ਦੇ ਦੇ। ਅੰਮ੍ਰਿਤ ਵੇਲੇ ਗੁਰੂ ਦੀ ਹਾਜ਼ਰੀ ਭਰ, ਗੁਰੂ ਦੇ ਦਵਾਰੇ 'ਤੇ ਜਾ, ਇਹੀ ਤੇਰੀ ਭੇਟਾ ਹੈ। ਅਤੇ ਇਸ ਤਰ੍ਹਾਂ ਸਤਿਗੁਰੂ ਜੀ ਆਖਦੇ ਨੇ, ਹੁਣ ਅਸੀਂ ਜਿਹੜੀ ਦੂਸਰੀ ਭਾਵਨਾ ਹੈ ਨਾ, ਉਹ ਮਨ ਉੱਤੇ ਨੀਂਦ ਐਸਾ ਪ੍ਰਭਾਵ ਪਾਉਂਦੀ ਹੈ, ਕਾਰੋਬਾਰ ਵਿਸ਼ੇ ਵਿਕਾਰ ਇੰਨਾ ਕੁ ਭਾਰ ਪਾ ਦਿੰਦੇ ਨੇ, ਇੰਨਾ ਕੁ ਸਾਨੂੰ ਮਸਤ ਕਰ ਦਿੰਦੇ ਨੇ ਕਿ ਬੰਦੇ ਕੋਲ ਉੱਠਿਆ ਨਹੀਂ ਜਾਂਦਾ। ਹੁਣ ਜਿਹੜਾ ਤੜਕੇ ਉੱਠੇਗਾ, ਅੰਮ੍ਰਿਤ ਵੇਲਾ ਸਾਂਭੇਗਾ, ਇਹ ਘਾਲਣਾ ਘਾਲੇਗਾ, ਇਸ ਤਰੀਕੇ ਨੂੰ ਜੁਗਤੀ ਨੂੰ ਅਪਣਾਵੇਗਾ ਅਤੇ ਸੁੱਖ ਵੀ ਤਾਂ ਉਸੇ ਨੂੰ ਪ੍ਰਾਪਤ ਹੋਵੇਗਾ, ਦੂਸਰੇ ਨੂੰ ਕਿੱਥੋਂ ਹੋਵੇਗਾ। ਇਸ ਤਰ੍ਹਾਂ ਸਤਿਗੁਰੂ ਜੀ ਆਪ ਨੇ ਜਿਹੜੇ ਸੰਤ ਮਹਾਤਮਾ ਉਹ ਪਰਮਾਤਮਾ ਤੱਕ ਪਹੁੰਚ ਚੁੱਕੇ ਹੈ ਨਾ, ਉਹ ਫਿਰ ਐਸੀਆਂ ਜੁਗਤੀਆਂ ਐਸੇ ਤਰੀਕੇ ਦੱਸਦੇ ਨੇ ਕਿ ਜਿਨ੍ਹਾਂ ਦੇ ਨਾਲ ਇਹ ਦੂਜ ਭਾਵਨਾ ਜਿਹੜੀ ਹੈ, ਇਹ ਦੂਜੀ ਇਹ ਦੁਨਿਆਵੀ ਜਿਹੜੀਆਂ ਸਾਡੇ ਵਿਸ਼ੇ ਵਿਕਾਰਾਂ ਮਾਇਆ ਦਾ ਪ੍ਰਭਾਵ ਹੈ, ਇਸ ਤੋਂ ਕਿਵੇਂ ਮੁਕਤ ਹੋਣਾ ਹੈ। ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ। ਅਤੇ ਸਤਿਗੁਰੂ ਜੀ ਆਪ ਨੇ ਜਿਨ੍ਹਾਂ ਨੇ ਫਿਰ ਇਹ ਦੂਜੀ ਭਾਵਨਾ, ਇਹ ਦੁਨਿਆਵੀ ਸੁੱਖ ਆਰਾਮ ਤਿਆਗ ਦਿੱਤੇ ਹੈ ਨਾ, ਅੰਮ੍ਰਿਤ ਵੇਲੇ ਸਾਂਭਿਆ ਹੈ, ਸ਼ਾਮ ਨੂੰ ਗੁਰੂ ਦੀ ਹਜ਼ੂਰੀ ਦੇ ਅੰਦਰ ਆਏ ਨੇ, ਆਪਣੇ ਵਿਸ਼ੇ ਵਿਕਾਰ, ਲਾਲਚ, ਈਰਖਾ, ਦਵੈਤ ਭਾਵਨਾ ਜਿਹੜੀ ਹੈ ਉਹ ਖਤਮ ਕਰ ਦਿੱਤੀ ਹੈ। ਅਤੇ ਸਤਿਗੁਰੂ ਜੀ ਆਪ ਨੇ ਫਿਰ ਉਹਨਾਂ ਨੇ ਜਿਹੜਾ ਉਹ ਪਰਮਾਤਮਾ ਦੇ ਪ੍ਰੇਮ ਦਾ ਰਸ ਚੱਖ ਲੈਂਦੇ ਨੇ। ਅਤੇ ਜਦੋਂ ਫਿਰ ਉਹ ਪਰਮਾਤਮਾ ਦੇ ਪ੍ਰੇਮ ਦਾ ਰਸ ਮਿਲਦਾ ਹੈ, ਫਿਰ ਉਹ ਤ੍ਰਿਪਤ ਰਹੇ ਆਗਾਏ, ਫਿਰ ਉਹਨਾਂ ਦੀ ਤ੍ਰਿਪਤੀ ਹੁੰਦੀ ਹੈ, ਫਿਰ ਉਹਨਾਂ ਨੂੰ ਐਸਾ ਰਸ, ਐਸਾ ਆਨੰਦ ਆਉਂਦਾ ਹੈ ਕਿ ਉਹ ਹਰ ਇੱਕ ਪੱਖ ਤੋਂ ਫਿਰ ਤ੍ਰਿਪਤ ਹੋ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਫਿਰ ਨਾ ਤਾਂ ਦਰਸ਼ਨਾਂ ਦੀ ਪਿਆਸ ਰਹਿੰਦੀ ਹੈ, ਨਾ ਹੀ ਫਿਰ ਉਹਨਾਂ ਦੇ ਅੰਦਰ ਉਹ ਪਰਮਾਤਮਾ ਦੇ ਵਿਛੋੜੇ ਦਾ ਦੁੱਖ ਰਹਿੰਦਾ ਹੈ। ਕਿਉਂਕਿ ਜਿਸਦਾ ਪ੍ਰੇਮ ਮਲ ਗਿਆ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਾਪਿਓ। ਗੱਲ ਤੇ ਪ੍ਰੇਮ ਦੀ ਹੈ, ਜਿਹਦਾ ਪ੍ਰੇਮ ਬਣ ਗਿਆ ਅਤੇ ਉਹ ਤੋਂ ਗੁਰੂ ਦੂਰ ਨਹੀਂ ਹੈ, ਗੁਰੂ ਦਾ ਦਵਾਰਾ ਉਸ ਵਾਸਤੇ ਖੁੱਲ੍ਹਾ ਹੈ, ਗੁਰੂ ਦੇ ਦਰਸ਼ਨ ਉਸ ਵਾਸਤੇ ਜਿਹੜੇ ਨੇ ਉਹ ਟਲ ਨੇ। ਇਸ ਤਰ੍ਹਾਂ ਸਤਿਗੁਰੂ ਜੀ ਬਖਸ਼ੇ ਕਰਦੇ ਨੇ, ਉਹ ਤ੍ਰਿਪਤ ਹੋ ਜਾਂਦੇ ਨੇ, ਜਿਹੜੇ ਫਿਰ ਇਹ ਦੂਸਰੀ ਭਾਵਨਾ ਨੂੰ ਛੱਡ ਕੇ ਉਹ ਪਰਮਾਤਮਾ ਦੇ ਪ੍ਰੇਮ ਦਾ ਰਸ ਆਨੰਦ ਚੱਖ ਲੈਂਦੇ ਨੇ। ਆਪ ਤਿਆਗ ਬੇਨਤੀ ਕਰੇ, ਲੇਹੋ ਪ੍ਰਭੂ ਲੜ ਲਾਏ। ਅਤੇ ਸਤਿਗੁਰੂ ਜੀ ਆਪ ਨੇ ਫਿਰ ਇਹ ਐਸਾ ਮੌਸਮ ਹੈ, ਐਸਾ ਮਹੀਨਾ ਆ ਜਾਂਦਾ ਹੈ, ਇੰਨੀ ਕੁ ਅਵਸਥਾ ਪਹੁੰਚ ਜਾਂਦੀ ਹੈ ਕਿ ਬੰਦੇ ਦੇ ਅੰਦਰੋਂ ਫਿਰ ਪਿਛਲੇ ਕੀਤੇ ਹੋਏ ਸਿਮਰਨ ਦੀ ਬਖਸ਼ਿਸ਼ ਦੇ ਨਾਲ, ਪਿਛਲੀ ਕੀਤੀ ਹੋਈ ਸੇਵਾ ਦਾ ਫਲ ਇੰਨਾ ਕੁ ਮਿਲਦਾ ਹੈ ਕਿ ਉਹ ਫਿਰ ਆਪਣਾ ਆਪ ਤਿਆਗ ਦਿੰਦਾ ਹੈ। ਉਹਦੇ ਅੰਦਰੋਂ ਹਉਮੈ ਹੰਕਾਰ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ ਕਿ ਫਿਰ ਬੰਦਾ ਉਹ ਪਰਮਾਤਮਾ ਦੇ ਦਵਾਰੇ 'ਤੇ ਢਹਿ ਪੈਂਦਾ ਹੈ ਅਤੇ ਬੇਨਤੀ ਕਰਦਾ ਹੈ ਕਿ ਸਤਿਗੁਰੂ ਜੀ, ਅਸੀਂ ਤਾਂ ਬੜੀ ਘਾਲਣਾ ਘਾਲੀ ਹੈ, ਬੜੀ ਅਸੀਂ ਤੁਹਾਡੇ ਦਰ 'ਤੇ ਆਉਂਦੇ ਹਾਂ, ਸੇਵਾ ਕਰਦੇ ਹਾਂ, ਸਿਮਰਨ ਕਰਦੇ ਹਾਂ। ਪਾਤਸ਼ਾਹ ਜੀ ਹੁਣ ਤੇ ਕਿਰਪਾ ਕਰੋ, ਸਾਨੂੰ ਲੜ ਲਾਵੋ, ਕਿਰਪਾ ਕਰਕੇ ਸਾਡੇ ਹੁਣ 'ਤੇ ਜਿਹੜਾ ਇਹ ਵਿਛੋੜੇ ਦਾ ਦੁੱਖ ਹੈ ਇਸ ਨੂੰ ਖਤਮ ਕਰੋ। ਇਸ ਤਰ੍ਹਾਂ ਸਤਿਗੁਰੂ ਜੀ ਆਪ ਨੇ ਫਿਰ ਆਪਣਾ ਆਪ ਤਿਆਗ ਕੇ ਜਿਹੜੇ ਬੇਨਤੀ ਕਰਦੇ ਨੇ। ਇਸ ਤਰ੍ਹਾਂ ਫਿਰ ਸਤਿਗੁਰੂ ਜੀ ਦੇ ਅੱਗੇ ਆਣ ਕੇ ਅਰਦਾਸਾਂ ਬੇਨਤੀਆਂ ਜੋੜਨੀਆਂ ਕਰਦੇ ਨੇ ਕਿ ਪਾਤਸ਼ਾਹ ਜੀ ਹੁਣ ਸਾਨੂੰ ਆਪਣੇ ਨਾਲ ਮਿਲਾ ਲਵੋ। ਜੋ ਹਰ ਕੰਤ ਮਿਲਾਈਆਂ, ਛੇ ਵਿਛੁੜ ਕਤਹਿ ਨਾ ਜਾਏ।
ਤੇ ਸਤਿਗੁਰੂ ਜੀ ਆਦਿ ਨੇ ਫਿਰ ਜਿਹੜੀਆਂ ਇਹ ਜੀਵ ਰੂਪ ਇਸਤਰੀਆਂ, ਜਿਵੇਂ ਇੱਕ ਦੁਨਿਆਵੀ ਇਸਤਰੀ ਜਿਹੜੀ ਹੈ ਨਾ, ਪਤਨੀ ਹੈ, ਉਹ ਆਪਣੇ ਪਤੀ ਦੇ ਨਾਲ ਬੜਾ ਅਥਾਹ ਪ੍ਰੇਮ ਕਰਦੀ ਹੈ ਤੇ ਪਤੀ ਵੀ ਅੱਗੋਂ ਫਿਰ ਪ੍ਰੇਮ ਜਤਾਉਂਦਾ ਹੈ। ਹਰ ਤਰ੍ਹਾਂ ਦੀਆਂ ਜਿੰਨੀਆਂ ਵੀ ਸਹੂਲਤਾਂ ਨੇ, ਜਿੰਨੀਆਂ ਵੀ ਉਸ ਨੂੰ ਜ਼ਰੂਰਤਾਂ ਨੇ, ਉਹ ਸਾਰੀਆਂ ਪੂਰੀਆਂ ਕਰਦਾ ਹੈ। ਜੇ ਪਤਨੀ ਪ੍ਰੇਮ ਨਾ ਕਰੇ, ਉਖੜੀ ਰਵੇ, ਤੇ ਪਤੀ ਜਿਹੜਾ ਹੈ ਫਿਰ ਨਾ ਤੇ ਉਹਦੇ ਵੱਲ ਬਹੁਤਾ ਧਿਆਨ ਦਿੰਦਾ ਹੈ ਤੇ ਨਾ ਹੀ ਉਹਦੀਆਂ ਸੁੱਖ ਸਹੂਲਤਾਂ ਜ਼ਰੂਰਤਾਂ ਬਾਰੇ ਕੋਈ ਉਹ ਫਿਰ ਧਿਆਨ ਕਰਦਾ ਹੈ। ਇਸ ਤਰ੍ਹਾਂ ਸਤਿਗੁਰੂ ਜੀ ਆਖਦੇ ਨੇ ਕਿ ਜਦੋਂ ਫਿਰ ਇਹ ਜੀਵ ਰੂਪ ਜਿਹੜੀ ਇਸਤਰੀ ਹੈ ਨਾ, ਇਹਦੇ ਜੀਵ ਨੇ, ਜਗਿਆਸੂ ਨੇ, ਉਹ ਵੀ ਫਿਰ ਇੱਕ ਜਿਹੜੀ ਬੜੀ ਹੀ ਪਤੀ ਵਰਤਾ ਧਰਮ ਦੇ ਵਿੱਚ ਪਵਿੱਤਰ ਇਸਤਰੀ ਦੇ ਤਰੀਕੇ ਦੇ ਨਾਲ ਉਹ ਪਰਮਾਤਮਾ ਪਤੀ ਪਰਮੇਸ਼ਵਰ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਨੇ, ਸੇਵਾ ਸਿਮਰਨ ਕਰਦੇ ਨੇ, ਤੇ ਫਿਰ ਸਤਿਗੁਰੂ ਜੀ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦੇ ਨੇ। ਤੇ ਜਿਹੜੇ ਇੱਕ ਵਾਰ ਮਿਲ ਗਏ ਫਿਰ ਉਹ ਵਿਛੜਦੇ ਨਹੀਂ। ਉਹਨਾਂ ਦੇ ਜਨਮ ਮਰਨ ਦੇ ਦੁੱਖ, ਪਾਪ, ਕਲੇਸ਼, ਵਿਘਨ ਜਿਹੜੇ ਨੇ ਉਹ ਸਾਰੇ ਦੂਰ ਹੋ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਤੇ ਉਹਨਾਂ ਨੂੰ ਫਿਰ ਸਤਿਗੁਰੂ ਜੀ ਦੀ ਪ੍ਰਾਪਤੀ ਹੋ ਜਾਂਦੀ ਹੈ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰਿ ਸਰਣਾਏ। ਤੇ ਸਤਿਗੁਰੂ ਜੀ ਆਖਦੇ ਨੇ ਕਿ ਉਹ ਪ੍ਰਭੂ ਅਕਾਲ ਪੁਰਖ ਪਰਮਾਤਮਾ ਤੋਂ ਬਗੈਰ ਦੂਜਾ ਹੋਰ ਕੋਈ ਵੀ ਐਸਾ ਨਹੀਂ ਹੈ ਜਿਹੜਾ ਸਾਡੇ ਇਹਨਾਂ ਵਿਛੋੜੇ ਦੇ ਦੁੱਖ ਨੂੰ ਜਿਹੜਾ ਹੈ ਉਹ ਖਤਮ ਕਰ ਸਕੇ, ਜਾਂ ਸਾਡੀ ਇਹ ਜਿਹੜੀਆਂ ਇਹ ਮੁਕਤੀ ਦੀ ਦਾਤ ਹੈ ਉਹ ਸਾਨੂੰ ਬਖਸ਼ਿਸ਼ ਕਰ ਸਕੇ। ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਹੈ ਨਾ, ਫਿਰ ਜਿਹੜਾ ਜੀਵ ਰੂਪ ਉਸ ਨੂੰ ਧਿਆਉਂਦਾ ਹੈ, ਸਿਮਰਨ ਕਰਦਾ ਹੈ, ਆਉਂਦਿਆਂ ਆਉਂਦਿਆਂ ਉਹਦੀ ਅਵਸਥਾ ਇੰਨੀ ਕੁ ਬਣ ਜਾਂਦੀ ਹੈ, ਉਹਦਾ ਵਿਸ਼ਵਾਸ ਇੰਨਾ ਕੁ ਅਡੋਲ ਜਿਹੜਾ ਹੈ ਨਾ, ਭਰੋਸਾ ਗੁਰੂ 'ਤੇ ਵੱਧ ਜਾਂਦਾ ਹੈ ਕਿ ਉਹ ਫਿਰ ਉਹ ਪ੍ਰਭੂ ਤੋਂ ਬਗੈਰ ਦੂਜਾ ਹੋਰ ਕਿਸੇ ਨੂੰ ਨਹੀਂ ਜਾਣਦਾ। ਉਹ ਹਰੀ, ਉਹ ਅਕਾਲ ਪੁਰਖ ਪਰਮਾਤਮਾ ਦੀ ਸ਼ਰਨ ਦੇ ਵਿੱਚ ਹੀ ਜਾਂਦਾ ਹੈ। ਹੋਰ ਨਾ ਤੇ ਉਹਨੂੰ ਕਿਸੇ ਮੜੀਆਂ 'ਤੇ ਭਰੋਸਾ ਰਹਿੰਦਾ ਹੈ, ਨਾ ਉਹਨੂੰ ਟੂਣੇ ਟੇਵਿਆਂ 'ਤੇ ਭਰੋਸਾ ਰਹਿੰਦਾ ਹੈ। ਇਸ ਤਰ੍ਹਾਂ ਸਤਿਗੁਰੂ ਜੀ ਆਖਦੇ ਨੇ ਕਿ ਜਿਹੜਾ ਮੌਸਮ ਆਇਆ ਹੈ ਨਾ, ਇਸ ਮੌਸਮ ਦੇ ਵਿੱਚ ਜਦੋਂ ਇੰਨਾ ਕੁ ਇਹ ਮੌਸਮ ਬੜਾ ਸੁਹਾਵਣਾ ਹੋ ਜਾਂਦਾ ਹੈ, ਨਾ ਤੇ ਗਰਮੀ ਜਿਹੜੀ ਹੈ ਉਹ ਬੰਦੇ ਦੇ ਮਨ ਉੱਤੇ ਐਸਾ ਪ੍ਰਭਾਵ ਪਾਉਂਦੀ ਹੈ ਕਿ ਬੰਦਾ ਖਿਝਿਆ ਖਿਝਿਆ ਰਵੇ, ਦੁਖੀ ਰਵੇ। ਜਦੋਂ ਸਰੀਰ ਜਿਹੜਾ ਹੈ ਉਹ ਚੰਗੇ ਮੌਸਮ ਦੇ ਵਿੱਚ, ਚੰਗੀ ਹਾਲਤ ਦੇ ਵਿੱਚ ਹੋਵੇਗਾ, ਤੇ ਮਨ ਜਿਹੜਾ ਹੈ ਨਾ ਫਿਰ ਉਹ ਸਰੀਰ ਵਾਲੇ ਪਾਸੇ ਨਹੀਂ ਰਹੇਗਾ। ਨਾ ਸਰੀਰ ਨੂੰ ਕੋਈ ਗਰਮੀ ਪਵੇਗੀ, ਨਾ ਕੋਈ ਇਸ ਨੂੰ ਕਿਸੇ ਤਰ੍ਹਾਂ ਦਾ ਕੋਈ ਦੁੱਖ ਹੋਵੇਗਾ, ਤੇ ਮਨ ਜਿਹੜਾ ਹੈ ਨਾ ਫਿਰ ਇਕਾਗਰ ਚਿੱਤ ਹੋ ਕੇ ਕੇਵਲ ਤੇ ਕੇਵਲ ਗੁਰੂ ਵਾਲੇ ਪਾਸੇ ਰਹੇਗਾ। ਇਸ ਤਰ੍ਹਾਂ ਸਤਿਗੁਰੂ ਜੀ ਆਖਦੇ ਨੇ ਕਿ ਇਸ ਸਮੇਂ ਤੱਕ ਆਉਂਦਿਆਂ ਆਉਂਦਿਆਂ ਫਿਰ ਇੰਨਾ ਕੁ ਭਰੋਸਾ ਵੱਧ ਜਾਂਦਾ ਹੈ ਕਿ ਦੁਨਿਆਵੀ ਹੋਰ ਸਾਰੇ ਗੁਰੂ ਪੀਰਾਂ ਮੜੀਆਂ ਮਸਾਣਾ ਤੋਂ ਜਿਹੜਾ ਉਹ ਭਰੋਸਾ ਲੱਥ ਜਾਂਦਾ ਹੈ। ਵਿਨ ਪ੍ਰਭ ਦੂਜਾ ਕੋ ਨਹੀਂ, ਨਾਨਕ ਹਰਿ ਸਰਨਾਈ। ਉਹ ਪਰਮਾਤਮਾ ਤੋਂ ਬਗੈਰ ਹੋਰ ਦੂਜੇ ਕਿਸੇ ਦੀ ਸ਼ਰਨ ਦੇ ਵਿੱਚ ਨਹੀਂ ਜਾਂਦਾ। ਕੇਵਲ ਤੇ ਕੇਵਲ ਉਹ ਪੂਰੇ ਗੁਰੂ, ਉਹ ਹਰੀ ਅਕਾਲ ਪੁਰਖ ਪਰਮਾਤਮਾ ਦੀ ਸ਼ਰਨ ਦੇ ਵਿੱਚ ਜਾਂਦਾ ਹੈ। ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਇਆ ਹਰ ਰਾਏ। ਤੇ ਸਤਿਗੁਰੂ ਜੀ ਆਖਦੇ ਨੇ ਕਿ ਜਿਹੜਾ ਅਸੂ ਦਾ ਮਹੀਨਾ ਹੈ ਨਾ, ਇਹ ਉਹਨਾਂ ਦੇ ਵਾਸਤੇ ਸੁਹਾਵਣਾ ਹੁੰਦਾ ਹੈ ਜਿਨ੍ਹਾਂ ਉੱਤੇ ਗੁਰੂ ਦੀ ਮਇਆ ਹੋ ਜੇ। ਇਹ ਮਇਆ ਤੇ ਮਾਇਆ ਜਿਹੜਾ ਹੈ ਨਾ, ਇਹ ਲਫ਼ਜ਼ਾਂ ਦੇ ਵਿੱਚ ਥੋੜ੍ਹਾ ਜਿਹਾ ਫਰਕ ਹੈ ਇੱਕ ਕੰਨੇ ਦਾ। ਜੇ ਤੇ ਮਾਇਆ ਆ ਗਈ ਭਾਵ ਕਿ ਉਹ ਪ੍ਰਭਾਵ, ਉਹ ਚੀਜ਼ਾਂ ਜਿਹੜੀਆਂ ਸਾਨੂੰ ਰੱਬ ਤੋਂ ਦੂਰ ਕਰਦੀਆਂ ਨੇ, ਤੇ ਮਾਇਆ ਹੈ ਗੁਰੂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼। ਤੇ ਸਤਿਗੁਰੂ ਜੀ ਆਖਦੇ ਨੇ ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਹੋ ਗਈ ਨਾ ਇਸ ਮਹੀਨੇ ਦੇ ਵਿੱਚ, ਜਿਨ੍ਹਾਂ ਉੱਤੇ ਰਹਿਮਤ ਬਖਸ਼ਿਸ਼ ਵਰਤ ਗਈ, ਹਰ ਰਾਏ, ਜਿਹੜਾ ਹਰੀ ਸਾਰਿਆਂ ਦਾ ਰਾਜਾ ਹੈ, ਜਿਹੜਾ ਹਰ ਪੱਖੋਂ ਰੱਜਿਆ ਹੋਇਆ ਹੈ, ਜਿਸ ਨੂੰ ਕਿਸੇ ਤਰ੍ਹਾਂ ਦੀ ਕੋਈ ਭੁੱਖ ਨਹੀਂ, ਉਸ ਅਕਾਲ ਪੁਰਖ ਪਰਮਾਤਮਾ ਦੀ ਐਸੀ ਕਿਰਪਾ ਹੁੰਦੀ ਹੈ ਜਿਨ੍ਹਾਂ ਉੱਤੇ ਫਿਰ ਉਹ ਇਸ ਅਸੂ ਦੇ ਮਹੀਨੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਫਿਰ ਜਿਹੜਾ ਦੁੱਖ ਹੈ ਉਹ ਵਿਆਪਦਾ ਨਹੀਂ। ਉਹਨਾਂ ਨੂੰ ਫਿਰ ਦਰਸ਼ਨ ਦਿਦਾਰੇ ਵੀ ਹੁੰਦੇ ਨੇ, ਗੁਰੂ ਦੀਆਂ ਬਖਸ਼ਾਂ ਵਰਤਦੀਆਂ ਨੇ, ਦਰਸ਼ਨਾਂ ਦੀਆਂ ਪਿਆਸਾਂ ਵੀ ਖਤਮ ਹੋ ਜਾਂਦੀਆਂ ਨੇ। ਇਸ ਤਰ੍ਹਾਂ ਸਤਿਗੁਰੂ ਨੇ ਅੱਜ ਦੇ ਉਪਦੇਸ਼ ਦੇ ਰਾਹੀਂ ਸਾਨੂੰ ਬਖਸ਼ਿਸ਼ ਕੀਤਾ ਹੈ ਕਿ ਜਿਹੜਾ ਇਹ ਅਸੂ ਦਾ ਮਹੀਨਾ ਹੈ, ਜਿਸ ਤਰੀਕੇ ਦੇ ਨਾਲ ਬੰਦਾ ਗਰਮੀ ਤੋਂ ਰੱਜ ਜਾਂਦਾ ਹੈ, ਗਰਮੀ ਤੋਂ ਰਾਹਤ ਮਿਲਦੀ ਹੈ, ਇਵੇਂ ਹੀ ਬੰਦੇ ਦੇ ਅੰਦਰ ਉਹ ਪਰਮਾਤਮਾ ਪ੍ਰਤੀ ਜਿਹੜਾ ਜਿਵੇਂ ਠੰਡ ਦੀ ਰਮਤਾ ਹੋਈ ਹੈ, ਸ਼ੁਰੂਆਤ ਹੋਈ ਹੈ, ਇਸੇ ਢੰਗ ਦੇ ਨਾਲ ਮਨ ਦੇ ਅੰਦਰ ਪ੍ਰੇਮ ਦੀ, ਉਹ ਪਰਮਾਤਮਾ ਦੇ ਵਿਛੋੜੇ ਦੇ ਦੁੱਖ ਦੀ ਵੀ ਅਰਮਤਾ ਹੁੰਦੀ ਹੈ। ਇਸ ਤਰ੍ਹਾਂ ਸਤਿਗੁਰੂ ਜੀ ਅੱਗੇ ਆਪਾਂ ਵੀ ਅਰਦਾਸ ਬੇਨਤੀ ਕਰੀਏ ਕਿ ਪਾਤਸ਼ਾਹ ਜੀ, ਅਸੀਂ ਵੀ ਤੁਹਾਡੇ ਇਹਨਾਂ ਉਪਦੇਸ਼ਾਂ ਨੂੰ ਜਿਹੜਾ ਸਰਵਣ 'ਤੇ ਕਰ ਲੈਂਦੇ ਹਾਂ, ਪਰ ਇੰਨੀ ਕਿਰਪਾ ਕਰੋ ਕਿ ਸਾਡੇ ਹਿਰਦੇ 'ਤੇ ਵਸ ਜਾਣ,
ਕਿਤੇ ਸਾਡੀ ਅਵਸਥਾ ਜਿਹੜੀ ਹੈ ਇਹ ਅੱਸੂ ਦੇ ਮਹੀਨੇ ਦੇ ਵਿੱਚ ਜਿਹੜਾ ਉਪਦੇਸ਼ ਤੁਸੀਂ ਦਿੱਤਾ ਹੈ ਐਸੀ ਅਵਸਥਾ ਬਣ ਸਕੇ, ਤਾਂ ਕਿ ਅਸੀਂ ਵੀ ਤੁਹਾਡੇ ਦਰਸ਼ਨ ਕਰਕੇ ਤੁਹਾਡੇ ਪ੍ਰੇਮ ਦਾ ਰੰਗ ਮਾਣ ਕੇ ਅਸੀਂ ਵੀ ਆਪਣਾ ਇਹ ਜਿਹੜਾ ਜੀਵਨ ਹੈ ਇਸ ਨੂੰ ਸਫਲ ਕਰ ਸਕੀਏ, ਆਪਣੇ ਮਨ ਤੇ ਤਨ ਦੇ ਸੁੱਖ ਜਿਹੜੇ ਨੇ ਉਹ ਪਾ ਸਕੀਏ। ਇਹ ਆਪਾਂ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਤਿਗੁਰ ਜੀ ਕਿਰਪਾ ਕਰਨ, ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਜਿਵੇਂ ਪਿਛਲਾ ਸਮਾਂ ਸਤਿਗੁਰ ਨੇ ਆਪਣੇ ਭਾਣੇ ਦੇ ਅੰਦਰ ਬਤੀਤ ਕਰਾਇਆ ਹੈ, ਇਵੇਂ ਆਉਣ ਵਾਲਾ ਮਹੀਨਾ ਜਿਹੜਾ ਹੈ ਇਹ ਵੀ ਬੜੀ ਸ਼ਰਧਾ ਭਾਵਨਾ ਪ੍ਰੇਮ ਦੇ ਸਹਿਤ ਜਿਹੜਾ ਹੈ ਇਹ ਸਤਿਗੁਰੂ ਜੀ ਆਪਣੀ ਕਿਰਪਾ ਦੇ ਸਦਕਾ ਜਿਹੜਾ ਹੈ ਉਹ ਬਤੀਤ ਕਰਾਉਣ। ਸੋ ਆਓ ਹੁਣ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਜੋ ਹੈ ਉਹ ਵਰਤਾਈ ਜਾਵੇਗੀ। ਸੋ ਸਤਿਗੁਰੂ ਜੀ ਕਿਰਪਾ ਕਰਨ, ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਗੀ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰਿ ਸਰਣ ਆਏ। ਅਸੂ ਸੁਖੀ ਵਸੰਦੀਆਂ, ਜਿਨਾ ਮਇਆ ਹਰਿ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।